ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਬੋਲ ਪੰਜਾਬੀ ਨੂੰ ਦੇ ਅੱਜ ਦੇ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਇਹ ਲਾਈਵ ਸ਼ੋਅ ਬੁੱਧਵਾਰ ਦਾ ਦਿਨ ਹੈ ਤੇ ਫੋਰਟਨਾਈਟਲੀ ਬੁੱਧਵਾਰ ਨੂੰ ਅਸੀਂ ਹੁੰਦੇ ਹਾਂ ਇਸ ਜਗ੍ਹਾ ਤੇ ਇਸੇ ਕੁਰਸੀ ਤੇ ਮੇਰੇ ਪਿੱਛੇ ਇਹ ਬੈਨਰ ਤੁਸੀਂ ਦੇਖਦੇ ਹੁੰਦੇ ਹੋ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦਾ। ਬਿਲਕੁਲ ਅਸੀਂ ਪਹੁੰਚੇ ਹੋਏ ਹਾਂ ਬਾਂਸਲ ਇਮੀਗ੍ਰੇਸ਼ਨ ਦੇ ਹੈੱਡ ਆਫਿਸ ਦੇ ਵਿੱਚ, ਜਿੱਥੇ ਅੱਜ ਅਸੀਂ ਗੱਲਬਾਤ ਕਰਨੀ ਆ बहुत ਜ਼ਰੂਰੀ ਵਿਸ਼ੇ ਦੇ ਬਾਰੇ। ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਪਿਛਲੇ 15 ਦਿਨਾਂ ਤੋਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਕੀ ਕੁਝ ਨਵਾਂ ਚੱਲ ਰਿਹਾ, ਕੀ ਕੁਝ ਹੋ ਵਾਪਰ ਰਿਹਾ। ਤੇ ਅੱਜ ਦਾ ਜਿਹੜਾ ਵਿਸ਼ਾ ਹੈ ਸਾਡਾ 48222186, ਇਹ ਜਿਹੜੀ ਵੀਜ਼ਾ ਕੈਟੇਗਰੀ ਆ, ਇਸ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਦੇਣੇ ਆ। ਇਸ ਵੀਜ਼ੇ ਦੇ ਪ੍ਰਤੀ ਜਿਹੜੀ ਜਾਣਕਾਰੀ ਸਾਡੇ ਕੋਲੇ ਹੈ ਉਹ ਜਾਣਕਾਰੀ ਅਸੀਂ ਤੁਹਾਨੂੰ ਇਸ ਵਿਸ਼ੇ ਦੇ ਐਕਸਪਰਟ ਬਾਂਸਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਅਜੇ ਬਾਂਸਲ ਤੋਂ ਲੈ ਕੇ ਦੇਵਾਂਗੇ। ਦੋਸਤੋ, ਜੇਕਰ ਤੁਹਾਡੀ ਕੋਈ ਇਨਕੁਆਇਰੀ ਹੈ ਤੁਸੀਂ ਸਾਨੂੰ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਪੁੱਛ ਸਕਦੇ ਹੋ। ਬਹੁਤ ਸਾਰੀਆਂ ਇਨਕੁਆਇਰੀਜ਼, ਬਹੁਤ ਸਾਰੀਆਂ ਕੇਸ ਸਟੱਡੀਜ਼ ਸਾਡੇ ਕੋਲੇ ਆਈਆਂ ਹੋਈਆਂ ਨੇ ਜਿਹੜੀਆਂ ਕਿ ਤੁਹਾਡੇ ਨਾਲ ਹੀ ਮਿਲਦੀਆਂ ਨੇ। ਜੇਕਰ ਤੁਸੀਂ ਇਹ ਲਾਈਵ ਸ਼ੋਅ ਦੇਖ ਰਹੇ ਹੋ ਤਾਂ ਲਾਈਵ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਸਕਦੇ ਹੋ, ਪਰ ਜੇਕਰ ਤੁਸੀਂ ਇਸ ਲਾਈਵ ਨੂੰ ਬਾਅਦ ਦੇ ਵਿੱਚ ਦੇਖ ਰਹੇ ਹੋ ਤਾਂ ਜੇਕਰ ਤੁਹਾਡਾ ਕੋਈ ਸਵਾਲ ਰਹਿ ਗਿਆ ਹੋਵੇ ਤਾਂ ਤੁਸੀਂ ਇੱਕ ਨੰਬਰ ਨੋਟ ਕਰ ਲਵੋ 0406 660 960 0406 600 960। ਇਸ ਨੰਬਰ ਤੇ WhatsApp ਕਰਕੇ ਤੁਸੀਂ ਆਪਣਾ ਸਵਾਲ ਬਾਂਸਲ ਇਮੀਗ੍ਰੇਸ਼ਨ ਦੀ ਟੀਮ ਤੱਕ ਪਹੁੰਚਾ ਸਕਦੇ ਹੋ, ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੇ ਹੈੱਡ ਆਫਿਸ ਮੈਲਬਨ ਦੇ ਵਿੱਚ ਆ ਸਕਦੇ ਹੋ, ਤੇ ਜੇਕਰ ਤੁਸੀਂ ਐਡੀਲੇਡ ਦੇ ਵਿੱਚ ਹੋ ਤਾਂ ਐਡੀਲੇਡ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਹੈ। ਵੈਬਸਾਈਟ ਤੇ ਜਾਓ bansalimmigrationconsultant.com। ਇਸ ਉੱਪਰ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਕਿਹੜੇ ਕਿਹੜੇ ਉਹ ਸਬਜੈਕਟ ਨੇ ਜਿਨ੍ਹਾਂ ਦੀ ਐਕਸਪਰਟਿਜ਼ ਬਾਂਸਲ ਇਮੀਗ੍ਰੇਸ਼ਨ ਰੱਖਦੇ ਨੇ। ਬਹੁਤ ਸਾਰੇ ਵੀਜ਼ੇ ਨੇ, ਵੀਜ਼ਾ ਕੈਟੇਗਰੀਆਂ ਨੇ। ਸਿਰਫ ਅੱਜ ਦਾ ਹੀ ਵੀਜ਼ਾ ਨਹੀਂ, ਸਟੂਡੈਂਟ ਵੀਜ਼ਾ, ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ, ਬਿਜ਼ਨਸ ਵੀਜ਼ਾ, ਜੇਕਰ ਤੁਹਾਡੀ MRT AAT ਅਪੀਲ ਹੈ ਉਹ ਵੀ ਇਹ ਲੜਦੇ ਨੇ ਜੀ ਤੁਹਾਡੇ ਲਈ, ਤੇ ਤੁਹਾਨੂੰ ਤੁਹਾਡੇ ਜਿਹੜੇ ਹੱਕ ਨੇ ਉਹ ਦਿਵਾਉਂਦੇ ਨੇ। ਬਹੁਤ ਸਾਰੇ ਅਜਿਹੇ ਮਸਲੇ ਹੁੰਦੇ ਨੇ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ, ਸੋ ਇਸੇ ਕਰਕੇ ਸਾਨੂੰ ਇੱਕ ਵਕੀਲ ਦੀ ਲੋੜ ਪੈਂਦੀ ਹੈ। ਸੋ ਜੇਕਰ ਤੁਸੀਂ ਵੀ ਕਿਸੇ ਮਸਲੇ ਦੇ ਵਿੱਚ ਉਲਝੇ ਹੋਏ ਹੋ, ਦੇਰ ਨਾ ਕਰੋ, 0406 660 960 ਤੇ ਫੋਨ ਕਰੋ। ਸੋ ਆਓ ਅੱਜ ਦੀ ਜਿਹੜੀ ਅਪਡੇਟਸ ਹੈ ਉਹ ਲੈਣੇ ਆ। ਸਵਾਗਤ ਕਰਦੇ ਆ ਮਿਸਟਰ ਅਜੇ ਬਾਂਸਲ ਦਾ, ਡਾਇਰੈਕਟਰ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ। ਭਾਈ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਸਰ। ਦੋਸਤੋ, ਅਜੇ ਬਾਂਸਲ ਸਾਹਿਬ ਸਾਡੇ ਨਾਲ ਹਰੇਕ ਪੰਦਰਵਾੜੇ ਬੁੱਧਵਾਰ ਨੂੰ ਮੌਜੂਦ ਰਹਿੰਦੇ ਨੇ। ਭਾਵੇਂ ਬਹੁਤ ਸਾਰੇ ਬਿਜ਼ੀ ਸ਼ਡਿਊਲ ਹੁੰਦੇ ਨੇ, ਸਵੇਰ ਤੋਂ ਲੈ ਕੇ ਮੀਟਿੰਗਸ ਹੁੰਦੀਆਂ ਨੇ। ਇਸ ਵੇਲੇ ਤੱਕ ਕੋਈ ਵੀ ਜਿਹੜੀ ਟੀਮ ਆ ਜੀ ਉਹ ਤਕਰੀਬਨ ਆਪਣੇ ਆਪਣੇ ਘਰਾਂ ਨੂੰ ਚਲੀ ਗਈ ਹੈ। ਉੱਥੇ ਸਾਡੇ ਦਰਸ਼ਨਾਂ ਲਈ ਤੁਹਾਡੇ ਲਈ ਜਿਹੜੇ ਸਵਾਲ ਹੁੰਦੇ ਨੇ, ਅਸੀਂ ਉਹਨਾਂ ਸਵਾਲਾਂ ਨੂੰ ਪਹਿਲਾਂ ਅੱਧਾ ਘੰਟਾ 45 ਮਿੰਟ ਟੈਲੀ ਕਰਦੇ ਹਾਂ ਜੀ। ਕੀ ਕੁਝ ਅਪਡੇਟਸ ਨੇ ਉਹਦੇ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜਾ ਸਹੀ ਆਨਸਰ ਹੁੰਦਾ ਉਸ ਨੂੰ ਤੁਹਾਡੇ ਤੱਕ ਅਸੀਂ ਪਹੁੰਚਦਾ ਕਰਦੇ ਹਾਂ। ਮਤਲਬ ਬਹੁਤ ਸਾਰੀਆਂ ਅਪਡੇਟਸ ਚੱਲ ਰਹੀਆਂ ਨੇ, ਬਹੁਤ ਸਾਰੇ ਰਿਪੋਰਟ ਵੀ ਚੱਲ ਰਹੇ ਨੇ ਜੀ। ਆਸਟ੍ਰੇਲੀਅਨ ਜਿਹੜੀ ਸਟੂਡੈਂਟ ਮਾਰਕੀਟ ਹੈ ਜੀ ਜਾਂ ਸਟੂਡੈਂਟ ਇਮੀਗ੍ਰੇਸ਼ਨ ਆ ਉਹਦੇ ਬਾਰੇ। ਪਰ ਕਿਉਂਕਿ ਸਮਾਂ ਲਿਮਿਟਡ ਹੁੰਦਾ ਜੀ, ਅਸੀਂ ਸਮੁੰਦਰ ਕੁੱਜੇ ਵਿੱਚ ਭਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਉਹ ਜਾਣਕਾਰੀਆਂ ਲੈਣੀਆਂ ਨੇ ਜਿਹੜੀਆਂ ਅੱਜ ਦੇ ਨਾਲ ਰਿਲੇਟਡ ਨੇ ਜਾਂ ਜਿਹੜੀਆਂ ਬਹੁਤ ਸਾਰੀਆਂ ਇੰਪੋਰਟੈਂਟ ਮਹੱਤਵਪੂਰਨ ਜਾਣਕਾਰੀਆਂ ਨੇ। ਸੋ ਬਾਂਸਲ ਸਾਹਿਬ ਖੋਲੋ ਪਿਟਾਰਾ ਜੀ, ਦੱਸੋ ਕੀ ਕੁਝ ਅਪਡੇਟਸ ਨੇ ਸਾਡੇ ਕੋਲੇ। ਬਸ ਪਹਿਲੀ ਅਪਡੇਟ ਤਾਂ ਇਹੀ ਹੈ ਜੀ, ਜਿਹੜੀ ਕਿ ਆਪਣੀ ਪੋਸਟਰੀ ਜਿਹੜੀ TR ਦੇ ਨੇ ਜੀ ਉਹ ਰੂਲ ਉਹ ਬਦਲ ਗਏ ਨਹੀਂ। ਜਿਹੜੀ ਐਕਸਟੈਂਸ਼ਨ ਇਹਨਾਂ ਨੇ ਜੁਲਾਈ 2023 ਨੂੰ ਦਿੱਤੀ ਸੀ ਉਹ ਜੁਲਾਈ 2024 ਦੇ ਵਿੱਚ ਖਤਮ ਕਰ ਦੇਣਗੇ ਜੀ। ਤਾਂ ਹੁਣ ਜਿਹੜੀ TR ਬੈਚਲਰ ਤੋਂ ਬਾਅਦ 2 ਸਾਲ ਦੀ, ਮਾਸਟਰ ਤੋਂ ਬਾਅਦ 3 ਸਾਲ ਦੀ ਮਿਲਦੀ ਆ, ਉਨੀ ਹੀ ਮਿਲੂਗੀ। ਜਿਹੜੀ ਐਕਸਟਰਾ 2 ਈਅਰ ਦੀ ਇਹਨਾਂ ਨੇ ਐਡ ਕੀਤੀ ਸੀ, ਬੈਚਲਰ ਤੋਂ ਬਾਅਦ 4 ਸਾਲ ਦੀ, ਮਾਸਟਰ ਤੋਂ ਬਾਅਦ 5 ਸਾਲ ਦੀ ਤੇ PhD ਤੋਂ ਬਾਅਦ 6 ਸਾਲ ਦੀ ਸੀ, ਉਹ ਬੰਦ ਕਰ ਦਿੱਤੀ ਹੈ ਜੀ ਜੁਲਾਈ 2024 ਤੋਂ। ਤਾਂ ਜੇ ਤੁਸੀਂ ਜੁਲਾਈ 2024 ਤੋਂ ਪਹਿਲਾਂ ਐਲੀਜੀਬਲ ਹੋ ਤਾਂ ਆਪਣੀ TR ਜਲਦੀ ਤੋਂ ਜਲਦੀ ਪਾ ਲਓ ਜੀ। ਉਸ ਤੋਂ ਇਲਾਵਾ ACS ਨੇ ਆਪਣਾ ਥੋੜਾ ਪ੍ਰੋਗਰਾਮ ਚੇਂਜ ਕੀਤਾ ਸਕਿੱਲ ਅਸੈਸਮੈਂਟ ਦਾ। ਸੋ ਬੇਸਿਕਲੀ ਉਹਨਾਂ ਨੇ ਹੁਣ ਏਜੰਟਸ ਤੇ ਕੁਝ ਸਿਲੈਕਟਡ ਐਪਲੀਕੈਂਟਸ ਜਿਹੜੀ ਕੀਤਾ ਜੀ, ਕੁਝ ਪ੍ਰਾਈਸਿੰਗ ਵੀ ਚੇਂਜ ਕੀਤੀ ਤੇ ਪ੍ਰੋਸੀਜਰ ਵੀ ਥੋੜਾ ਜਿਹਾ ਚੇਂਜ ਕੀਤਾ ਜੀ। ਤਾਂ ਉਹਦੀ ਪ੍ਰਾਈਸਿੰਗ ਦੇ ਵਿੱਚ ਇਹੀ ਹੈ ਜੀ ਕਿ ਜਿਹੜੀ ਟੈਂਪਰੇਰੀ ਗ੍ਰੈਜੂਏਟ ਦੀ ਹੈ ਉਹ 525 ਤੋਂ ਵੱਧ ਕੇ 600, ਜਿਹੜੀ ਨਾਰਮਲ ਆਸਟ੍ਰੇਲੀਅਨ ਪੋਸਟ ਸਟੱਡੀ ਹੈ ਜੀ ਉਹ 560 ਤੋਂ ਵੱਧ ਕੇ 1100, ਤੇ ਜਿਹੜੀ ਨਾਰਮਲ ਸਕਿੱਲ ਅਸੈਸਮੈਂਟ ਵਿਦ ਐਕਸਪੀਰੀਅੰਸ ਹੁੰਦੀ ਹੈ ਜੀ ਉਹ 560 ਤੋਂ ਵੱਧ ਕੇ $1450 ਹੋ ਜਾਣੀ ਹੈ ਜੀ। ਤੇ ਇਸ ਤੋਂ ਇਲਾਵਾ ਰਿਵਿਊ ਖਤਮ ਹੋ ਜਾਊਗਾ ਤੇ ਅਪੀਲ ਦੀ ਫੀਸ ਜਿਹੜੀ 420 ਤੋਂ ਵੱਧ ਕੇ $1100 ਹੋ ਜਾਣੀ ਹੈ ਜੀ। ਪਰ ਇਹਦਾ ਇਹ ਫਾਇਦਾ ਹੋਊਗਾ ਜੀ, ਤੁਸੀਂ ਇੱਕ ਵਾਰ 'ਚ 3 ਆਕੂਪੇਸ਼ਨ ਸਿਲੈਕਟ ਕਰ ਸਕੋਗੇ ਜੀ। ਕਿਉਂਕਿ IT ਦੇ ਵਿੱਚ ਕੀ ਹੁੰਦਾ, ਤਕਰੀਬਨ ਮੋਸਟਲੀ ਆਕੂਪੇਸ਼ਨ ਦੇ ਓਵਰਲੈਪ ਕਰਦੀਆਂ ਨੇ
ਤੇ ਐਜ਼ ਐਪਲੀਕੈਂਟ ਦੇ ਲਈ ਉਹ ਸਿਲੈਕਟ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਵੀ ਕਿਹੜੀ ਜ਼ਿਆਦਾ ਸੂਟੇਬਲ ਹੈ ਜੀ। ਤਾਂ ਹੁਣ ਜਦੋਂ 3 ਸਿਲੈਕਟ ਹੋਣ ਲੱਗ ਜਾਣਗੇ ਇਟ ਗੋਣਾ ਬੀ ਲੋਟ ਈਜ਼ੀਅਰ। ਪਰ ਉਹਦੀ ਮੈਂ ਵੀ ਦੱਸਣਾ ਚਾਹੁੰਦਾ ਜੀ ਏਸ਼ੀਆ ਦਾ ਜਿਹੜਾ ਪ੍ਰੋਗਰਾਮ ਆ ਉਹ 1 ਮਾਰਚ ਤੋਂ ਸ਼ੁਰੂ ਹੋਣਾ ਸੀ ਪਾਇਲਟ ਪ੍ਰੋਗਰਾਮ, ਪਰ ਐਜ਼ ਆਫ ਟੁਡੇ ਉਹ ਹਜੇ ਤੱਕ ਸ਼ੁਰੂ ਨਹੀਂ ਹੋ ਸਕਿਆ ਜੀ। ਸੋ ਇਟ ਵਿਲ ਟੇਕ ਸਮ ਟਾਈਮ ਬਿਫੋਰ ਦੇ ਕੈਨ ਇੰਪਲੀਮੈਂਟ ਦਿਸ ਸਿਸਟਮ, ਉਦੋਂ ਤੱਕ ਆਪਾਂ ਨੂੰ ਇਹਦੀ ਵੇਟ ਹੀ ਕਰਨੀ ਪੈਣੀ ਹੈ। ਬਾਕੀ ਅਗਲੀ ਗੱਲ ਹੈ ਜੀ 189 ਦਾ ਇਨਵਾਈਟ ਡਾਟਾ। 189 ਦੇ ਵਿੱਚ ਹਜੇ ਤੱਕ ਸਿਰਫ 8000 ਇਨਵਾਈਟ ਆਏ ਨੇ ਜੀ। ਤਾਂ ਉਹਨਾਂ ਨੇ ਗਵਰਨਮੈਂਟ ਨੇ 30000 ਤੋਂ ਵੱਧ ਸੀਟਾਂ ਐਲੋਕੇਟ ਕੀਤੀਆਂ ਸੀਗੀਆਂ ਤੇ ਹਜੇ ਵੀ ਵੀ ਸਟਿਲ ਬਲੀਵ ਕਿਉਂਕਿ ਇਸ ਸਾਲ ਇਨਵੀਟੇਸ਼ਨ ਨਹੀਂ ਆਏ ਤਾਂ ਕੋਈ there is a highly likely ਕਿ ਬੰਪਰ ਰਾਊਂਡ ਜੁਲਾਈ ਤੋਂ ਪਹਿਲਾਂ ਗਵਰਨਮੈਂਟ ਕੱਢ ਸਕਦੀ ਹੈ ਜੀ। ਤਾਂ ਅਗਲੀ ਅਪਡੇਟ ਹੈ ਜੀ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ। ਜਿਸ ਤਰ੍ਹਾਂ ਕਿ ਗਵਰਨਮੈਂਟ ਦੇ ਮਿਨਿਸਟਰ ਤਕਰੀਬਨ ਪ੍ਰੋਮਿਸ ਕਰਦੇ ਨੇ ਫਾਸਟਰ ਪ੍ਰੋਸੈਸਿੰਗ, ਕੁਇਕਰ ਪ੍ਰੋਸੈਸਿੰਗ, ਅਸੀਂ ਬੈਕਲੌਗ ਖਤਮ ਕਰ ਦਾਂਗੇ। ਪਰ ਉਹਨੇ ਮੈਂ ਦਰਸ਼ਕਾਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਸਟਿਲ ਸਿਟਿੰਗ ਐਟ ਦਾ ਸਿਮਿਲਰ ਲੈਵਲਸ ਜਿਹੜਾ ਕਿ ਲਾਸਟ ਈਅਰ ਸੀਗਾ ਜੀ। 190 ਨੂੰ ਉਹਨਾਂ ਹੀ ਟਾਈਮ ਲੱਗ ਰਿਹਾ ਜੀ 12 ਕੁ ਮਹੀਨੇ ਦਾ, ਤੇ 491 ਦਾ ਟਾਈਮ ਜਿਹੜਾ ਇਹਨੇ ਘਟਾ ਕੇ 8-9 ਮਹੀਨੇ ਕੀਤਾ ਸੀ ਉਹ ਫੇਰ ਵੱਧ ਕੇ 17-18 ਮਹੀਨੇ ਹੋ ਚੁੱਕਿਆ ਜੀ। ਪਾਰਟਨਰ ਵੀਜ਼ਾ ਦਾ ਵੀ ਬੁਰਾ ਹਾਲ ਹੈ ਜੀ। 309-100 ਦਾ ਪਾਰਟਨਰ ਵੀਜ਼ਾ ਟਾਈਮ ਆ ਉਹ ਵੀ 22 ਤੋਂ 24 ਮਹੀਨੇ ਹੋ ਚੁੱਕਿਆ ਜੀ। ਤੇ 801 ਤੇ 820 ਜਿਹੜੇ ਔਨਸ਼ੋਰ ਪ੍ਰੋਸੈਸਿੰਗ ਹੈ ਜੀ ਉਹ ਵੀ 22 ਮਹੀਨੇ ਤੋਂ ਲੈ ਕੇ 31 ਮਹੀਨੇ ਤੱਕ ਜਿਹੜੀ ਹੈ ਪ੍ਰੋਸੈਸਿੰਗ ਟਾਈਮ ਇਹਦਾ ਹੋ ਚੁੱਕਿਆ ਜੀ। ਤਾਂ ਪ੍ਰੋਸੈਸਿੰਗ ਟਾਈਮ ਦੇ ਵਿੱਚ ਕੋਈ ਕਮੀ ਖਾਸ ਨਹੀਂ ਹੈ ਜਿਸ ਤਰ੍ਹਾਂ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਸੀਗਾ ਜੀ। ਤੇ 189 ਦੇ ਇਨਵੀਟੇਸ਼ਨ ਆਉਣ ਵੀ ਨਹੀਂ ਆਏ ਤੇ ਟੀਆਰ ਵੀ ਛੋਟੀ ਕਰ ਦਿੱਤੀ ਹੈ ਜੀ। ਤਾਂ ਹੁਣ ਮੈਨੂੰ ਸਮਝ ਨਹੀਂ ਆਉਂਦਾ ਗਵਰਨਮੈਂਟ ਤੋਂ ਆਪਾਂ ਹੋਰ ਕੀ ਐਕਸਪੈਕਟ ਕਰੀਏ। ਬਿਲਕੁਲ ਜੀ, ਇਹ ਗਵਰਨਮੈਂਟ ਅਸਲ 'ਚ ਮੈਨੂੰ ਲੱਗਦਾ ਜੀ ਆਪ ਦੇ ਵਿੱਚ ਹੀ ਉਲਝੀ ਪਈ ਹੈ ਜੀ। ਬਿਲਕੁਲ ਸਹੀ ਗੱਲ ਹੈ ਜੀ। ਕਿਉਂਕਿ ਇੱਕ ਪਾਸੇ ਤਾਂ ਤੁਸੀਂ ਵੀਜ਼ੇ ਘਟਾ ਰਹੇ ਹੋ, ਰਿਸਟ੍ਰਿਕਟ ਕਰ ਰਹੇ ਹੋ ਜੀ ਸਟੂਡੈਂਟ ਵੀਜ਼ਿਆਂ ਨੂੰ, ਵਿਜ਼ਟਰ ਵੀਜ਼ਿਆਂ ਬਿਲਕੁਲ ਜੀ। ਨੂੰ। ਜੇਕਰ ਤੁਹਾਡਾ ਉਹ ਕੰਮ ਘਟ ਗਿਆ ਤੁਸੀਂ ਜਿਹੜੀਆਂ ਇਹ ਪ੍ਰੋਸੈਸਿੰਗ ਟਾਈਮ ਹੈ ਇਹਨੂੰ ਹੋਰ ਵਧਾਈ ਜਾਂਦੇ ਹੋ। ਅਸੀਂ ਇਸ ਚੀਜ਼ ਨੂੰ ਜਸਟੀਫਾਈ ਤਾਂ ਕਰੀਏ ਵੀ ਤੁਹਾਡੇ ਕੋਲੇ ਕੰਮ ਵੱਧ ਗਿਆ ਤਾਂ ਕਰਕੇ ਪ੍ਰੋਸੈਸਿੰਗ ਟਾਈਮ ਜਿਹੜੀ ਜ਼ਿਆਦਾ ਉਹ ਲੱਗ ਰਹੀ ਆ। ਪਰ ਚਲੋ ਖੈਰ ਜੀ, ਹਰੇਕ ਜਿਹੜਾ ਡਿਪਾਰਟਮੈਂਟ ਆ, ਹਰੇਕ ਜਿਹੜੀ ਸਰਕਾਰ ਹੁੰਦੀ ਆ ਉਹਦੀ ਆਪਣੀ ਇੱਕ ਉਹਦਾ ਪ੍ਰੋਟੋਕਾਲ ਹੁੰਦਾ ਜੀ। ਉਹ ਪ੍ਰੋਟੋਕਾਲ ਉਹਨਾਂ ਨੇ ਧਿਆਨ ਦੇ ਵਿੱਚ ਰੱਖਣਾ ਹੁੰਦਾ। ਮਤਲਬ ਇਹ ਤਾਂ ਹੋ ਗਈਆਂ ਜੀ ਕੀ ਅਪਡੇਟਸ ਜਿਹੜੇ ਸਾਡੇ ਕੋਲੇ ਮਹੱਤਵਪੂਰਨ ਨੇ। ਸੋ ਦੋਸਤੋ, ਜੇਕਰ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਅੱਜ ਦੀ ਜਾਣਕਾਰੀ ਲਈ ਮੈਂ ਦੱਸ ਦਵਾਂ, ਜਿਹੜੇ ਬਹੁਤ ਸਾਰੇ ਅਜਿਹੇ ਸਾਡੇ ਦੋਸਤ ਨੇ ਜਿਨ੍ਹਾਂ ਦਾ ਇੱਕ ਕੰਸਰਨ ਰਹਿੰਦਾ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਮਿਲਦੀ, ਇੱਕ ਸਪੈਸੀਫਿਕ ਜਾਣਕਾਰੀ, ਇੱਕ ਸਪੈਸ਼ਲ ਟੌਪਿਕ ਦੇ ਲੈ ਕੇ। ਸੋ ਅੱਜ ਜਿਹੜਾ ਟੌਪਿਕ ਹੈ ਸਾਡਾ 4822-186। ਇਸ ਵੀਜ਼ਾ ਕੈਟੇਗਰੀ ਦੇ ਜੇਕਰ ਤੁਹਾਡੇ ਨਾਲ ਵੀ ਸੰਬੰਧ ਹੈ ਤਾਂ ਤੁਹਾਡੇ ਲਈ ਅੱਜ ਦਾ ਜਿਹੜਾ ਸੈਸ਼ਨ ਹੈ ਬਹੁਤ ਮਹੱਤਵਪੂਰਨ ਹੈ। ਮਤਲਬ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰ ਲਈਏ ਜੀ। ਜਿਹੜਾ ਇੰਪਲੋਇਰ ਨੋਮੀਨੇਸ਼ਨ ਸਕੀਮ ਆ ਜੀ ਸਬ ਕਲਾਸ 186 ਵਾਲੀ, ਇਹ ਕਿਹੜਾ ਵੀਜ਼ਾ ਹੈ, ਕੀ ਚੀਜ਼ ਹੈ ਅਸਲ ਦੇ ਵਿੱਚ? ਤੇ ਦੋਸਤੋ 186 ਜਿਹੜਾ ਵੀਜ਼ਾ ਜੀ ਪਰਮਨੈਂਟ ਵੀਜ਼ਾ ਜੀ। ਤਾਂ ਜੇ ਤੁਹਾਡਾ 186 ਵੀਜ਼ਾ ਗ੍ਰਾਂਟ ਹੋ ਜਾਂਦਾ ਇਹਦਾ ਮਤਲਬ ਤੁਸੀਂ ਆਸਟ੍ਰੇਲੀਆ ਵਿੱਚ ਪਰਮਨੈਂਟ ਰੈਜ਼ੀਡੈਂਟ ਹੋ ਸਕਦੇ ਹੋ ਜੀ। ਇਹ ਜਿਹੜੀ ਆਸਟ੍ਰੇਲੀਆ ਜਿਵੇਂ ਡਿਫਰੈਂਟ ਵੀਜ਼ਾ ਟਾਈਪ ਨੇ, ਜਰਨਲ ਸਕਿੱਲ ਮਾਈਗ੍ਰੇਸ਼ਨ, ਫੈਮਿਲੀ ਮਾਈਗ੍ਰੇਸ਼ਨ, ਐਮਪਲੋਇਰ ਸਪਾਂਸਰ, ਇਹ ਐਮਪਲੋਇਰ ਸਪਾਂਸਰ ਦੀ ਕੈਟਾਗਰੀ ਦੇ ਵਿੱਚ ਆਉਂਦਾ ਜੀ। ਇਹਦੇ ਵਿੱਚੋਂ ਇਹਨੂੰ ਬੜਾ ਬੇਸਿਕ ਜਿਹੜਾ ਕ੍ਰਾਈਟੇਰੀਆ ਹੈਗਾ, ਤੁਹਾਡੇ ਕੋਲ ਆਪਣੀ ਫੀਲਡ ਦੇ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ, 6 ਈਜ ਹੋਣੀ ਚਾਹੀਦੀ ਨੇ ਤੇ 3 ਸਾਲ ਦਾ ਫੁੱਲ ਟਾਈਮ ਘੱਟੋ ਘੱਟ ਐਕਸਪੀਰੀਅੰਸ ਹੋਣਾ ਚਾਹੀਦਾ ਜੀ। ਇਹ ਬਿਲਕੁਲ ਬੇਸਿਕ ਜਿਹਾ ਕ੍ਰਾਈਟੇਰੀਆ 186 ਦਾ ਜੀ। ਇਹਦੇ ਵਿੱਚ 3 ਸਟਰੀਮਾਂ ਨੇ ਜੀ। ਇੱਕ ਤਾਂ ਹੈਗੀ ਆ ਜੀ 186 ਡਾਇਰੈਕਟ ਐਂਟਰੀ, ਜਿਹਦੀ ਮੈਂ ਤੁਹਾਨੂੰ ਹੁਣੀ ਗੱਲ ਕੀਤੀ। 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ, ਡਾਇਰੈਕਟ ਆਪਣਾ 6 ਈਜ ਸਕਿੱਲ ਅਸੈਸਮੈਂਟ ਜੀ। ਪੜ੍ਹਾਈ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਹੋਊਗਾ, ਕਿਸੇ ਵੀ ਇੰਪਲੋਇਰ ਨਾਲ ਹੋਵੇ, ਆਸਟ੍ਰੇਲੀਆ 'ਚ ਹੋਵੇ, ਬਾਹਰ ਹੋਵੇ। ਐਜ਼ ਲੌਂਗ ਐਜ਼ ਤੁਸੀਂ ਇਹ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਡਾਇਰੈਕਟ ਐਂਟਰੀ ਕਿਸੇ ਵੀ ਇੰਪਲੋਇਰ ਸਪਾਂਸਰ ਥਰੂ ਇਹ ਪਾ ਸਕਦੇ ਹੋ। ਦੂਸਰਾ ਹੈਗਾ ਜੀ 186 TRT ਟ੍ਰਾਂਜੀਸ਼ਨ ਰੈਜ਼ੀਡੈਂਸ ਸਟਰੀਮ। ਇਹਦੇ ਵਿੱਚ ਇਹ ਹੈ ਤੁਹਾਡਾ ਤੁਸੀਂ 482 ਵੀਜ਼ੇ ਤੇ ਸੀਗਾ, ਤੁਸੀਂ ਆਪਣੇ ਇੰਪਲੋਇਰ ਨਾਲ ਪਿਛਲੇ 2 ਸਾਲ ਤੋਂ ਕੰਮ ਕਰ ਰਹੇ ਹੋ। ਹਾਂਜੀ ਦੋਸਤੋ, ਤੁਸੀਂ ਠੀਕ ਸੁਣਿਆ, 2 ਸਾਲ ਤੋਂ। 25 ਨਵੰਬਰ 2023 ਤੋਂ ਪਹਿਲਾਂ ਇਹ ਟਾਈਮ ਵੱਧ ਕੇ 3 ਸਾਲ ਸੀਗਾ ਜੀ। ਹੁਣ ਇਹ ਟਾਈਮ ਘਟਾ ਕੇ ਇਹਨਾਂ ਨੇ 2 ਸਾਲ ਕਰ ਦਿੱਤਾ। 2 ਸਾਲ ਤੋਂ 482 ਤੇ ਆਪਣੇ ਇੰਪਲੋਇਰ ਨਾਲ ਕੰਮ ਕਰਦੇ ਹੋ, 6 ਈਚ ਹੈਗੇ ਨੇ ਤਾਂ ਤੁਸੀਂ 186 TRT ਦੇ ਅੰਡਰ PR ਪਾ ਸਕਦੇ ਹੋ। ਥਰਡ ਸਟਰੀਮ ਹੈਗੀ ਜੀ ਲੇਬਰ ਐਗਰੀਮੈਂਟ। ਤੁਹਾਡੇ ਇੰਪਲੋਇਰ ਦਾ ਆਪ ਤੁਹਾਡੇ ਗਵਰਨਮੈਂਟ ਦੇ ਨਾਲ ਐਗਰੀਮੈਂਟ ਕੀਤਾ ਹੋਇਆ ਜਿਹਦੇ ਅੰਡਰ ਤੁਹਾਨੂੰ 6 ਈਚ ਤੋਂ ਵੀ ਕੰਸੈਸ਼ਨ ਮਿਲ ਜਾਂਦਾ, ਏਜ ਕੰਸੈਸ਼ਨ ਵੀ ਮਿਲ ਜਾਂਦਾ ਤੇ ਆਕੂਪੇਸ਼ਨ ਕੰਸੈਸ਼ਨ ਵੀ ਮਿਲ ਜਾਂਦਾ। ਉਹ ਵੈਰੀ ਥੋੜਾ ਜਿਹਾ ਕੰਪਲਿਕੇਟਡ ਏਰੀਆ ਆਫ ਲਾਅ ਹੈ ਤੇ ਡਿਪੈਂਡ ਕਰਦਾ ਮਤਲਬ ਕਿ ਕੰਟਰੈਕਟ ਟੂ ਕੰਟਰੈਕਟ। ਪਰ ਜਿਹੜੀ ਮੇਨ ਜਿਹਦੇ ਬਾਰੇ ਅਸੀਂ ਅੱਜ ਵੀ ਗੱਲ ਕਰਾਂਗੇ ਉਹ ਹੈਗਾ ਜੀ 186 TRT ਟ੍ਰਾਂਜੀਸ਼ਨ ਰੈਜ਼ੀਡੈਂਸ ਸਟਰੀਮ ਤੇ ਡਾਇਰੈਕਟ ਐਂਟਰੀ। ਇਹ ਅਸਲ ਦੇ ਵਿੱਚ ਜਿਹੜੀ TRT ਹੈ ਤੁਸੀਂ ਦੱਸਿਆ ਇਸ ਦਾ ਡਾਇਰੈਕਟ ਐਂਟਰੀ ਹੈ ਜੀ। ਪਰ ਅਸਲ ਦੇ ਵਿੱਚ ਜੇ ਇਹਨੂੰ ਆਪਾਂ ਹੋਰ ਐਲੈਬੋਰੇਟ ਕਰਨਾ ਹੋਵੇ, TRT ਹੈ ਕੀ ਹੈ, ਇਹਦੀ ਸਟਰੀਮ ਆ, ਇਹ ਅਸਲ ਦੇ ਵਿੱਚ ਕੀ ਚੀਜ਼ ਹੈ ਜੀ? TRT ਦਾ ਨਾਮ ਦੇਖੋ, TR ਦੀ ਫੁੱਲ ਫਾਰਮ ਹੈ ਟੈਂਪਰੇਰੀ ਰੈਜ਼ੀਡੈਂਟ ਟ੍ਰਾਂਜੀਸ਼ਨ ਸਟਰੀਮ। ਵੀ ਤੁਸੀਂ ਟੈਂਪਰੇਰੀ 482 ਵੀਜ਼ੇ ਤੇ ਹੈਗੇ ਹੋ ਤੇ ਤੁਸੀਂ ਉਹਦੇ ਕੰਮ ਕਰਦੇ ਕਰਦੇ ਪੱਕੇ ਹੋ ਰਹੇ ਹੋ ਜੀ। ਤਾਂ ਸਪੋਜ਼ ਕਰੋ ਕਿ ਤੁਸੀਂ 482 ਵੀਜ਼ਾ ਲੈ ਲਿਆ, ਐਜ਼ ਅ ਕੁੱਕ ਲੈ ਲਿਆ, ਹੇਅਰ ਡਰੈਸਰ ਲੈ ਲਿਆ, ਸ਼ੈਫ ਲੈ ਲਿਆ,
ਜੀ। ਤੁਸੀਂ ਉੱਥੇ ਕੰਮ ਕਰ ਰਹੇ ਹੋ, EMPLOYER SPONSOR ਵੀਜ਼ਾ ਲੈ ਲਿਆ, ਜਦੋਂ ਜੀ। ਤੁਸੀਂ ਉਹਦੇ 2 ਸਾਲ ਪੂਰੇ ਕਰ ਲੈਂਦੇ ਹੋ ਤੇ 6 ਬੈਂਡ ਲੈ ਲੈਂਦੇ ਹੋ ਤਾਂ EMPLOYER ਤੁਹਾਨੂੰ ਦੁਬਾਰਾ ਸਪਾਂਸਰ ਕਰ ਸਕਦਾ ਪਰਮਨੈਂਟ ਰੈਜ਼ੀਡੈਂਸੀ ਲਈ। ਜੀ। ਤਾਂ ਇਹ ਜਿਹੜੀ 186 TRT ਹੈ, ਇਹ ਉਹ ਵਾਲਾ ਵੀਜ਼ਾ ਜਿਹੜਾ ਪਰਮਨੈਂਟ ਰੈਜ਼ੀਡੈਂਟ ਵੀਜ਼ਾ, ਜਿਹੜਾ 457 ਜਾਂ 482 ਵੀਜ਼ੇ ਤੋਂ ਬਾਅਦ ਤੁਸੀਂ ਅਪਲਾਈ ਕਰਦੇ ਹੋ ਫॉर ਯਰ ਪਰਮਨੈਂਟ ਰੈਜ਼ੀਡੈਂਸੀ। ਜੀ। ਪਰ ਉਹ ਇੱਕ ਚੀਜ਼ ਹੈ ਕਿ ਤੁਸੀਂ ਆਪਣੇ EMPLOYER ਨੂੰ ਫੋਰਸ ਨਹੀਂ ਕਰ ਸਕਦੇ, ਯੂ ਡੋਂਟ ਹੈਵ ਅ ਬਰਥ ਰਾਈਟ ਕਿ ਵੀ ਜੇ ਤੁਸੀਂ 482 ਤੇ ਹੋ ਤਾਂ ਤੁਹਾਡੇ EMPLOYER ਨੂੰ 186 ਸਪਾਂਸਰ ਕਰਨਾ ਹੀ ਪੜੇਗਾ। ਤੁਸੀਂ ਉਹਦੀ ਡਿਸਕ੍ਰਿਸ਼ਨ ਤੇ ਹੋ, ਉਹਦੀ ਮਰਜ਼ੀ ਤੇ ਹੋ ਕਿ ਉਹ ਤੁਹਾਨੂੰ ਸਪਾਂਸਰ ਕਰੇ ਜਾਂ ਨਾ ਕਰੇ। ਮਤਲਬ ਇੱਕ ਆਪਾਂ ਦੋਸਤੋ ਤੁਹਾਡੇ ਸਵਾਲ ਜਿਹੜੇ ਨੇ ਲਗਾਤਾਰ ਸਾਨੂੰ ਲਾਈਵ ਮਿਲ ਰਹੇ ਨੇ ਜੀ। ਤੁਹਾਡਾ ਸ਼ੁਕਰੀਆ ਜੀ। ਜਿਹੜੇ ਸਵਾਲ ਨੇ ਆ ਰਹੇ ਉਹਨਾਂ ਦੇ ਜਵਾਬ ਵੀ ਲੈਣੇ ਨੇ, ਤੁਸੀਂ ਵੇਟ ਕਰੋ ਜੀ। ਤੁਹਾਡੇ ਸਵਾਲ ਵੀ ਮੈਂ ਬੰਸ ਸਾਹਿਬ ਤੋਂ ਪੁੱਛਦਾ ਨਹੀਂ ਬੰਸ ਸਾਹਿਬ, ਪਰ ਆਪਾਂ ਉਹ ਸਵਾਲ ਲਈਏ। ਮੈਂ ਚਾਹੁੰਦਾ ਕਿ TRT ਸਟ੍ਰੀਮ ਦੇ ਨਾਲ ਹੀ ਜਿਹੜਾ ਅਗਲਾ ਜਿਹੜਾ ਕੁਐਸਚਨ ਹੈ ਉਹ ਕੁਐਸਚਨ ਇਹ ਹੈ ਕਿ ਜਿਹੜਾ ਬ੍ਰੀਜ਼ਿੰਗ ਵੀਜ਼ਾ ਇਹ ਹੈ ਜੀ, ਜੇਕਰ ਬ੍ਰੀਜ਼ਿੰਗ ਵੀਜ਼ੇ ਦੇ ਉੱਪਰ ਜਿਹੜਾ ਕੰਮ ਕੀਤਾ ਜਿਹੜਾ ਬੰਦਾ ਕੋਈ ਕੰਮ ਕਰ ਰਿਹਾ ਉਹਦੇ ਵਿੱਚ ਕੀ ਉਹ ਕੰਮ ਗਿਣਿਆ ਜਾਂਦਾ ਜਦੋਂ ਆਪਾਂ ਇਸ ਐਲੀਜੀਬਿਲਟੀ ਕਰਨੀ ਹੈ ਜੀ? ਇਹਦੇ ਬਾਰੇ ਦੇਖੋ ਜੀ, ਜੇ ਤਾਂ ਤੁਸੀਂ ਇਹ ਥੋੜਾ ਜਿਹਾ ਸਿੱਧਾ ਇਹਦਾ ਆਨਸਰ ਨਹੀਂ ਹੈ, ਬ੍ਰਿਜਿੰਗ ਵੀਜ਼ੇ ਕੰਮ ਕਾਊਂਟ ਹੁੰਦਾ ਵੀ ਹੈ ਨਹੀਂ ਹੁੰਦਾ ਜੀ। ਉਹਦੇ ਵਿੱਚ ਇਹ ਦੇਖੋ, ਜੇ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ, TR ਤੇ ਹੋ, ਡਿਪੈਂਡੈਂਟ ਤੇ ਹੋ, ਕਿਸੇ ਵੀ ਵੀਜ਼ੇ ਤੇ ਹੋ ਅਦਰ ਦੈਨ 457 ਜਾਂ 482 ਜੀ, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਐਲੀਜੀਬਿਲਟੀ ਪੂਰੀ ਕਰਕੇ 482 ਵੀਜ਼ਾ ਪਾਉਂਦੇ ਹੋ ਤਾਂ ਜਦੋਂ ਤੱਕ ਤੁਹਾਡਾ 482 ਵੀਜ਼ਾ ਗ੍ਰਾਂਟ ਨਹੀਂ ਹੁੰਦਾ, ਜਸਟ ਉਹਦਾ ਆਪਣੀ ਗੱਲਬਾਤ ਦੇ ਪਰਪਸ ਲਈ ਆਪਾਂ ਕਹਿ ਦਿੰਦੇ ਆ ਕਿ ਤੁਸੀਂ 485 ਵੀਜ਼ੇ ਤੇ ਹੋ ਤੇ ਉਦੋਂ 482 ਵੀਜ਼ਾ ਪਾਉਂਦੇ ਹੋ। ਜਿੰਨਾ ਟਾਈਮ 482 ਵੀਜ਼ਾ ਗ੍ਰਾਂਟ ਨਹੀਂ ਹੁੰਦਾ ਤੇ ਜਿਹੜਾ ਵੀ ਕੰਮ ਤੁਸੀਂ ਉਹ ਬ੍ਰਿਜਿੰਗ ਵੀਜ਼ਾ ਏ ਦੇ ਉੱਤੇ ਕਰਦੇ ਹੋ ਉਹ ਕਾਊਂਟ ਨਹੀਂ ਹੁੰਦਾ। ਪਰ ਜਦੋਂ 457 ਵੀਜ਼ਾ ਗ੍ਰਾਂਟ ਹੋ ਜਾਂਦਾ, 482 ਵੀਜ਼ਾ ਗ੍ਰਾਂਟ ਹੋ ਜਾਂਦਾ, ਫॉर ਸਮ ਰੀਜ਼ਨ ਤੁਸੀਂ ਆਪਣੀ PR ਨਹੀਂ ਪਾ ਪਾਉਂਦੇ, 2 ਸਾਲ ਦਾ ਟਾਈਮ ਘੱਟ ਰਹਿ ਜਾਂਦਾ, ਤੁਹਾਨੂੰ ਅੱਗੇ ਐਕਸਟੈਂਸ਼ਨ ਲੈਣੀ ਪੈਂਦੀ ਹੈ। ਤਾਂ ਜਦੋਂ ਤੁਸੀਂ 482 ਤੋਂ ਜਾਂ 457 ਤੋਂ ਦੁਬਾਰਾ 482 ਵੀਜ਼ਾ ਪਾਉਂਦੇ ਹੋ ਤਾਂ ਜਦੋਂ ਉਹ ਬ੍ਰਿਜਿੰਗ ਵੀਜ਼ਾ ਮਿਲਦਾ ਉਹਦੇ ਵਿੱਚ ਜਿਹੜਾ ਅਸੀਂ ਕੰਮ ਕਰਦੇ ਹੋ ਉਹ ਕਾਊਂਟ ਨਹੀਂ ਹੁੰਦਾ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਰਹਿੰਦੇ ਹੀ 186 ਵੀਜ਼ਾ ਵੀ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ ਜੀ। ਇਹ ਸਵਾਲ ਪੁੱਛਣ ਦਾ ਬਸ ਜਿਹੜਾ ਕਾਰਨ ਸੀ ਨਾ, ਜਿਹੜੀ ਅਗਲੀ ਕੇਸ ਸਟੱਡੀ ਹੈ ਜਾਂ ਜਿਹੜਾ ਅਗਲਾ ਇੱਕ ਸਿਨੈਰੀਓ ਸਾਡੇ ਕੋਲ ਆਇਆ ਉਹਦੇ ਬਾਰੇ ਜਿਹੜਾ ਸਵਾਲ ਹੈ ਉਹ ਜੁੜਿਆ ਹੋਇਆ ਜੀ। ਇਹ ਕਹਿ ਰਹੇ ਨੇ ਕਿ ਮੇਰਾ ਨਾਮ ਰਮਨ ਹੈ ਤੇ ਮੇਰੇ ਕੋਲੇ ਐਜ਼ ਅ ਕੁੱਕ ਕੰਮ ਕਰਨ ਦਾ 5 ਸਾਲ ਦਾ ਤਜਰਬਾ ਜੀ। ਮੈਂ 482 ਵੀਜ਼ਾ 2021 ਅਕਤੂਬਰ ਦੇ ਵਿੱਚ ਅਪਲਾਈ ਕੀਤਾ ਸੀ, ਜਿਹੜਾ ਕਿ ਦਸੰਬਰ 2022 ਦੇ ਵਿੱਚ ਗ੍ਰਾਂਟ ਹੋ ਗਿਆ। ਮੈਂ 482 ਵੀਜ਼ੇ ਤੇ ਸੀ ਟਿਲ ਦਸੰਬਰ 2022 ਤੱਕ, 2022 ਤੋਂ 2023 ਤੱਕ ਐਜ਼ ਅ ਕੁੱਕ। ਉਹ ਕਹਿੰਦੇ ਕੀ ਮੈਂ TRT ਦੇ ਲਈ ਐਲੀਜੀਬਲ ਹੈਗਾ ਕਿ ਮੈਂ ਕੰਮ ਕਰ ਰਿਹਾ ਸੀਗਾ 2021 ਅਕਤੂਬਰ ਤੋਂ ਜਦੋਂ ਮੈਂ ਇਹ ਵੀਜ਼ਾ ਲਾਂਚ ਕੀਤਾ ਸੀਗਾ। ਮੈਂ ਹੁਣ ਅਪਲਾਈ ਕੀਤਾ ਹੋਇਆ 482 ਦੀ ਐਕਸਟੈਂਸ਼ਨ ਤੇ ਮੈਂ ਹੁਣ ਬ੍ਰੀਜ਼ਿੰਗ ਵੀਜ਼ਾ A ਤੇ ਆ, ਕੀ ਮੈਂ ਅਪਲਾਈ ਕਰ ਸਕਦਾ ਅੰਡਰ TRT ਸਟ੍ਰੀਮ? ਹਾਂਜੀ ਰਮਨ ਜੀ, ਜਿਵੇਂ ਤੁਸੀਂ ਗੱਲ ਕੀਤੀ, ਉਸ ਕੋਲ 5 ਸਾਲ ਦਾ ਐਕਸਪੀਰੀਅੰਸ ਆ ਜੀ, ਪਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਕੁੱਕਾ ਦਾ, ਟੈਕਨੀਕਲੀ ਦਾ ਤਾਂ ਬਿਲਕੁਲ ਸਿੱਧਾ ਤੁਸੀਂ ਵਾਇਸ ਡਾਇਰੈਕਟ ਐਂਟਰੀ ਐਲੀਜੀਬਲ ਨਹੀਂ ਹੈਗੇ ਜੀ। ਤੁਹਾਡੀ ਲਈ ਜਿਹੜੀ ਡਾਇਰੈਕਟ ਐਂਟਰੀ ਐਲੀਜੀਬਿਲਟੀ ਸੀ ਉਹ 186 ਉਹਦੇ ਲਈ ਤੁਹਾਡੀ ਆਕੂਪੇਸ਼ਨ MLT SSL ਤੇ ਹੋਣੀ ਚਾਹੀਦੀ ਸੀ ਜੀ। ਤਾਂ ਤੁਸੀਂ ਠੀਕ ਹੈ, ਤੁਸੀਂ ਅਕਤੂਬਰ 2021 ਦੇ ਵਿੱਚ ਅਪਲਾਈ ਕੀਤਾ ਤੇ 1 ਸਾਲ ਬਾਅਦ ਰਫਲੀ 1 ਸਾਲ ਦੇ ਬਾਅਦ ਦਸੰਬਰ 2022 ਦੇ ਵਿੱਚ ਉਹ ਵੀਜ਼ਾ ਦਾ ਗ੍ਰਾਂਟ ਹੋਇਆ ਜੀ। ਤਾਂ ਉਦੋਂ ਤੱਕ ਦਾ ਟਾਈਮ, ਜਿਵੇਂ ਆਪਾਂ ਪਹਿਲਾਂ ਐਕਸਪਲੇਨ ਕੀਤਾ ਢਿੱਲੋਂ ਸਾਹਿਬ, ਅਕਤੂਬਰ 2021 ਤੋਂ ਲੈ ਕੇ ਦਸੰਬਰ 2022 ਤੱਕ ਦਾ ਟਾਈਮ ਆ ਜਿਹੜਾ ਜੀ ਉਹ ਅਨਫੋਰਚੂਨਟਲੀ ਕਾਊਂਟ ਨਹੀਂ ਹੋਊਗਾ ਜੀ। 186 ਦੀ ਐਲੀਜੀਬਿਲਟੀ ਤੁਹਾਡੀ ਸਟਾਰਟ ਹੋਊਗੀ ਜੀ ਦਸੰਬਰ 2022 ਤੋਂ ਲੈ ਕੇ ਤੇ ਜਿਹੜੀ ਕਿ ਦਸੰਬਰ 2024 ਤੁਹਾਡੇ 2 ਸਾਲ ਪੂਰੇ ਹੋਣਗੇ। ਪਰ ਚੰਗੀ ਨਿਊਜ਼ ਇਹ ਹੈ ਜੀ, ਹੁਣ ਤੁਸੀਂ ਦੁਬਾਰਾ ਤੋਂ 482 ਵੀਜ਼ਾ ਅਪਲਾਈ ਕੀਤਾ, ਜਿਹੜਾ ਕਰੰਟ ਤੁਸੀਂ ਜਿਹੜਾ 482 ਵੀਜ਼ੇ ਤੋਂ ਬਾਅਦ ਜਿਹੜਾ ਅੱਗੇ 482 ਵੀਜ਼ੇ ਦੇ ਵਿੱਚ ਜਿੰਨਾ ਵੀ ਟਾਈਮ ਲੱਗੂਗਾ ਬ੍ਰੀਜ਼ਿੰਗ ਵੀਜ਼ੇ ਦਾ, ਉਹ ਤੁਹਾਡਾ ਕਾਊਂਟ ਮੰਨਿਆ ਜਾਊਗਾ। ਤੇ ਜਦੋਂ ਵੀ ਤੁਸੀਂ 186 TRT ਦੀ ਐਲੀਜੀਬਿਲਟੀ ਰਿਕੁਆਇਰਮੈਂਟ ਮੀਟ ਕਰਦੇ ਹੋ ਤਾਂ ਤੁਸੀਂ ਬ੍ਰੀਜ਼ਿੰਗ ਵੀਜ਼ੇ ਹੁੰਦੇ ਹੋਏ ਵੀ 186 TRT ਅਪਲਾਈ ਕਰ ਸਕਦੇ ਹੋ, ਬਸ਼ਰਤੇ ਤੁਸੀਂ ਆਪਣਾ 482 ਵੀਜ਼ਾ ਜਾਂ ਐਸੋਸੀਏਟਿਵ ਬ੍ਰੀਜ਼ਿੰਗ ਵੀਜ਼ੇ ਉੱਤੇ 2 ਸਾਲ ਦਾ ਕੰਮ ਕਰਨ ਦੀ ਰਿਕੁਆਇਰਮੈਂਟ ਤੇ ਹੋਰ ਰਿਕੁਆਇਰਮੈਂਟਾਂ ਪੂਰੀਆਂ ਕਰ ਚੁੱਕੇ ਹੋ ਜੀ। ਬਸ ਇਹਦੇ ਨਾਲ ਹੀ ਜੁੜਿਆ ਹੋਇਆ ਕੁਐਸਚਨ ਹੈ ਜੀ। ਇਹ ਤਾਂ ਗੱਲ ਆਪਾਂ ਕਰ ਰਹੇ ਸੀਗੇ ਬ੍ਰੀਜ਼ਿੰਗ ਵੀਜ਼ਾ A ਦੀ ਜਿਹੜਾ ਕੰਮ ਕੀਤਾ ਉਸ ਦੀ ਜੇਕਰ ਐਲੀਜੀਬਿਲਟੀ ਹੋ ਸਕਦੀ ਆ। ਹੁਣ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਬ੍ਰੀਜ਼ਿੰਗ ਵੀਜ਼ਾ C ਦੇ ਉੱਪਰ ਜੇਕਰ ਕੰਮ ਕੀਤਾ ਹੋਵੇ ਕੀ ਉਹ ਗਿਣਿਆ ਜਾਊਗਾ ਜਦੋਂ ਆਪਾਂ TRT ਦੇ ਵਿੱਚ ਅਪਲਾਈ ਕਰਨਾ ਜੀ? ਹਾਂਜੀ ਬਿਲਕੁਲ। ਦੇਖੋ, ਜਦੋਂ ਆਪਾਂ ਬ੍ਰੀਜ਼ਿੰਗ ਵੀਜ਼ੇ ਦੀ ਗੱਲ ਕਰਦੇ ਹਾਂ ਜੀ ਤਾਂ ਜਨਰਲ ਸਕਿਲਡ ਮਾਈਗ੍ਰੇਸ਼ਨ ਜਦੋਂ 189, 190 ਜਾਂ 491 ਵੀਜ਼ਾ ਪਾਉਂਦੇ ਆ ਉਦੋਂ ਬ੍ਰੀਜ਼ਿੰਗ ਵੀਜ਼ਾ C, D ਜਾਂ E ਦੇ ਉੱਤੇ ਕੀਤਾ ਕੰਮ, C ਦੇ ਉੱਤੇ ਸਪੈਸ਼ਲੀ ਕੀਤਾ ਕੰਮ ਕਾਊਂਟ ਨਹੀਂ ਹੁੰਦਾ ਜੀ। ਪਰ ਲੱਕੀਲੀ ਜਿਹੜਾ EMPLOYER ਸਪਾਂਸਰ ਵੀਜ਼ੇ ਨੇ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ। ਐਜ਼ ਲੌਂਗ ਐਜ਼, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬ੍ਰੀਜ਼ਿੰਗ ਵੀਜ਼ੇ ਦੀ ਆਪਾਂ ਗੱਲ ਕੀਤੀ ਹੈ ਜੀ, ਐਜ਼ ਲੌਂਗ ਐਜ਼ ਉਹ ਬ੍ਰੀਜ਼ਿੰਗ ਵੀਜ਼ਾ ਬਿਟਵੀਨ ਟ੍ਰਾਂਜੀਸ਼ਨ ਹੈ, ਮਤਲਬ 482 ਤੋਂ 482 ਹੈ,
ਤਾਂ ਕੋਈ ਦਿੱਕਤ ਨਹੀਂ ਹੈਗੀ, ਉਹ TRT ਦੇ ਲਈ ਕਾਊਂਟ ਹੋਊਗਾ। ਜੇ ਤੁਸੀਂ 186 ਟਰੈਕ ਟੈਂਟਰ ਲਈ ਐਲੀਜੀਬਲ ਹੋ ਤਾਂ ਉਹਦੇ ਲਈ ਵੀ ਕਾਊਂਟ ਹੋਊਗਾ, ਤੇ ਜੇ ਤੁਸੀਂ ਉਹ ਐਕਸਪੀਰੀਅੰਸ ਬ੍ਰਿਜਿੰਗ ਦੇ CE ਜਾਂ A ਵਾਲਾ ਜਿਹੜਾ ਵੀ ਐਕਸਪੀਰੀਅੰਸ ਤੁਸੀਂ 482 ਲਈ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਬਿਲਕੁਲ ਓਵਰਲਾਈਡ ਐਕਸਪੀਰੀਅੰਸ ਉਹ ਕਾਊਂਟ ਹੋਊਗਾ ਜੀ। ਬਿਲਕੁਲ ਜੀ। ਪਰ ਦੋਸਤੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਵਾ ਦੇਵਾਂ, ਕਿਉਂਕਿ ਬਹੁਤ ਸਾਰੇ ਟੈਕਨੀਕਲ ਪੱਖ ਹੁੰਦੇ ਨੇ ਹਰੇਕ ਵੀਜ਼ਾ ਕੈਟੇਗਰੀਜ਼ ਦੇ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਹੋ ਸਕਦਾ ਲਾਈਵ ਦੇ ਵਿੱਚ ਸਮਝਣ ਦੇ ਵਿੱਚ ਮੁਸ਼ਕਲ ਆਵੇ, ਹੋ ਸਕਦਾ ਕਈ ਗੱਲਾਂ ਕਲੀਅਰ ਨਾ ਹੋਈਆਂ ਹੋਣ, ਹੋ ਸਕਦਾ ਜਿਹੜੀਆਂ ਗੱਲਾਂ ਮਿਸ ਕਰ ਗਏ ਹੋਵੋ, ਕਿਉਂਕਿ ਜੇਕਰ ਲਾਈਵ ਦੇ ਵਿੱਚ ਇੱਕ ਪਾਰਟ ਵੀ ਤੁਸੀਂ ਮਿਸ ਕਰਤਾ ਤਾਂ ਉਹ ਮਿਸਕਮਿਊਨੀਕੇਸ਼ਨ ਹੋ ਜਾਂਦੀ ਆ। ਸੋ ਇਹ ਗੈਪ ਆ ਜਿਹੜਾ ਤੁਸੀਂ ਪੂਰਾ ਕਰ ਸਕਦੇ ਹੋ। ਜੇਕਰ ਤੁਹਾਡੀ ਕੋਈ ਇਸ ਤਰ੍ਹਾਂ ਦੀ ਖਾਸ ਇਨਕੁਆਰੀ ਜਾਂ ਖਾਸ ਤੁਹਾਡਾ ਸਵਾਲ ਹੈ ਜੀ, ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫ਼ਤਰ ਦੇ ਵਿੱਚ ਆਪਣੀ ਇਨਕੁਆਰੀ ਸਬਮਿਟ ਕਰਵਾ ਸਕਦੇ ਹੋ, ਬਾਈ ਫੋਨ ਕਰਵਾ ਸਕਦੇ ਹੋ ਜੀ। WhatsApp ਨੰਬਰ ਇਹਨਾਂ ਦਾ 0406 660 960। ਇਸ ਨੰਬਰ ਦੇ ਉੱਪਰ ਤੁਸੀਂ ਆਪਣੀ ਇਨਕੁਆਰੀ ਸਬਮਿਟ ਕਰਵਾ ਸਕਦੇ ਹੋ। ਇੱਕ ਵੱਡੀ ਟੀਮ ਹੈ ਜੀ ਜਿਹੜੀ ਹਮੇਸ਼ਾ ਇਸ ਗੱਲ ਨੂੰ ਲੈ ਕੇ ਤਤਪਰ ਰਹਿੰਦੀ ਹੈ ਕਿ ਜਿਹੜੀ ਵੀ ਇਨਕੁਆਰੀ ਆਈ ਉਸ ਦਾ ਨਾਲ ਦੀ ਨਾਲ ਜਿਹੜਾ ਹੱਲ ਕੀਤਾ ਜਾਵੇ। ਇੱਕ ਜਿਹੜੀ ਸਹੀ ਸਲਾਹ, ਸਟੀਕ ਸਲਾਹ ਉਹ ਤੁਹਾਡੇ ਤੱਕ ਪਹੁੰਚ ਦੀ ਕੀਤੀ ਜਾਵੇ। ਸੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਜੀ, 0406 660 960। ਮਤਲਬ ਅੱਗੇ ਵਧਾਂਗੇ ਜੀ ਇਸੇ ਕੈਟੇਗਰੀਆਂ ਨੂੰ ਲੈ ਕੇ। ਪਰ ਇੱਕ ਜਿਹੜਾ ਮੇਰਾ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਨੂੰ ਵੀ ਨਿਰਾਸ਼ ਨਾ ਕਰੀਏ ਜੀ, ਕਿਉਂਕਿ ਉਹਨਾਂ ਦੇ ਭਾਵੇਂ ਜਿਹੜੇ ਸਵਾਲ ਨੇ ਅੱਜ ਦੇ ਸਬਜੈਕਟ ਤੋਂ ਅਲੱਗ ਹੋਣ, ਪਰ ਨਾਲ ਦੀ ਨਾਲ ਅਸੀਂ ਉਹਨਾਂ ਦਾ ਵੀ ਨਿਬੇੜਾ ਜਿਹੜਾ ਕਰਦੇ ਚੱਲੀਏ ਜੀ। ਪਾਰਸ ਵਰਮਾ ਜੀ ਦਾ ਸਵਾਲ ਲੈ ਲੈਣੇ ਆ ਜੀ। ਪਰ ਸ਼ੁਕਰੀਆ ਜੀ ਤੁਹਾਡਾ। ਉਹ ਕਹਿੰਦੇ ਕਿ ਮੈਂ ਹਮੇਸ਼ਾ ਵੇਟ ਕਰਦਾ ਹੁੰਦਾ ਜਿਹੜੀਆਂ ਅਪਡੇਟਸ ਤੁਸੀਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਸਾਡੇ ਤੱਕ ਪਹੁੰਚਦੀਆਂ ਕਰਦੇ ਹੋ। ਸ਼ੁਕਰੀਆ ਪਾਰਸ। ਸਵਾਲ ਉਹਨਾਂ ਦਾ ਇਹ ਹੈ ਜੀ, ਕਹਿੰਦੇ ਕਿ ਵਾਟ ਆਰ ਦਾ ਚਾਂਸਿਸ ਫॉर ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ 312212 with 90 points for 491, 80 points ਨੇ ਜੀ for 190 and 65 points for 189 for offshore applicants, and wife ਜਿਹੜੀ ਉਹ ਵੀ ਅਪਲਾਈ ਕੀਤੀ ਹੋਈ ਜੀ ਪ੍ਰਾਈਵੇਟ ਟਿਊਟਰ ਦੇ ਲਈ with 80 points for 491 and 70 points for 190। ਤੇ ਨਾਲ ਦੀ ਨਾਲ ਉਹ ਆਪਣੇ ਸਵਾਲ ਨੂੰ ਐਕਸਟੈਂਡ ਕਰ ਰਹੇ ਨੇ। ਕਹਿੰਦੇ ਸਰ ਜਿਹੜਾ 189 ਉਹਦੇ ਵਿੱਚ ਕੋਈ ਚਾਂਸ ਹੈਗਾ ਜੀ ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਦਾ? ਸਿਵਲ ਇੰਜੀਨੀਅਰਿੰਗ ਟੈਕਨੀਸ਼ੀਅਨ ਆਈ ਰੀਲੀ ਨੀਡ ਟੂ ਚੈੱਕ ਕਿ 189 ਦੀ ਰੇਂਜ ਵਿੱਚ ਹੈਗਾ ਜਾਂ ਨਹੀਂ ਹੈਗਾ। ਪਰ ਆਈ ਥਿੰਕ ਫਾਰਸ ਸਾਹਿਬ ਦੇਖੋ ਲਾਈਨ 'ਚ ਲੱਗਣ ਵਾਲੀ ਗੱਲ ਆਪਾਂ ਪਹਿਲਾਂ ਬਹੁਤ ਵਾਰੀ ਇਸ ਬਾਰੇ ਗੱਲ ਕਰ ਚੁੱਕੇ ਹਾਂ। ਸੀਟਾਂ ਘੱਟ ਰਹੀਆਂ ਨੇ ਜੀ, ਵੀ ਆਰ ਸਲਾਈਡਿੰਗ ਐਂਡ, ਤੇ ਬੈਟਰ ਹੈ ਵੀ ਜਿੱਥੋਂ ਤੁਸੀਂ EOI ਜਾਂ ROI ਪਵਾਈ ਹੋਈ ਹੈ, ਕਿਉਂਕਿ ਉਹ ਏਜੰਟ ਕੋਲ ਤੁਹਾਡੀ ਪੂਰੀ ਕੰਟੀਨਿਊਸ ਇਨਫੋਰਮੇਸ਼ਨ ਆ। ਹੀ ਵਿਲ ਬੀ ਦਾ ਬੈਸਟ ਪਰਸਨ ਟੂ ਆਨਸਰ ਯੂਰ ਪਾਰਟਿਕੂਲਰ ਕਿਊਰੀ। ਅਸੀਂ ਉਹਦੇ ਜਨਰਲ ਇਨਫੋਰਮੇਸ਼ਨ ਦੇ ਰਹੇ ਵਿੱਚ may not be suitable you or for anybody else who is after very particular inquiry। ਤਾਂ ਜਾਂ ਤਾਂ ਤੁਸੀਂ ਸਾਡਾ ਪ੍ਰਾਈਵੇਟਲੀ ਗੱਲ ਕਰੋ, ਜਾਂ ਤੁਹਾਡਾ ਏਜੰਟ ਹੈ ਜਿਹਦੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਹੈ ਉਹਦੇ ਨਾਲ ਗੱਲ ਕਰੋ, ਕਿਉਂਕਿ ਇਸ ਤਰ੍ਹਾਂ ਰੈਂਡਮ ਕੁਐਸਚਨ ਪੁੱਛੋਗੇ ਤੁਹਾਨੂੰ ਰੈਂਡਮ ਆਨਸਰ ਮਿਲਣਗੇ which will add to your anxiety instead of giving you a better or proper answer ਜੀ। ਤਾਂ ਇਹੀ ਹੈ ਜੀ, ਕਿਉਂਕਿ ਜਿਹੜੇ ਕੁਐਸਚਨ ਜਿਹੜੇ ਸਾਡੇ ਆਨਸਰ ਨੇ ਜੀ ਉਹ ਸਮੇਂ ਦੇ ਨਾਲ ਬਦਲਦੇ ਰਹਿਣਗੇ, ਇਹਨਾਂ ਦੇ ਰੂਲ ਦੇ ਨਾਲ ਬਦਲਦੇ ਰਹਿਣਗੇ, ਪਾਲਿਸੀਆਂ ਦੇ ਨਾਲ ਬਦਲਦੇ ਰਹਿਣਗੇ। ਤਾਂ ਜਿੰਨੇ ਤੋਂ ਪੁੱਛੋਗੇ, ਜਿੰਨੀ ਵਾਰ ਪੁੱਛੋਗੇ, ਮੇਰੇ ਖਿਆਲ ਨਾਲ ਸ਼ਾਇਦ ਤੁਹਾਨੂੰ ਸੇਮ ਆਨਸਰ ਮਿਲੇ। ਪਰ ਜੇ ਤੁਸੀਂ ਕੋਈ ਏਜੰਟ ਹਾਇਰ ਕੀਤਾ ਹੋਇਆ ਤਾਂ ਬੈਟਰ ਆ ਉਦੋਂ ਕੰਟੀਨਿਊਸ ਉਹ ਤਾਂ ਉਹਦਾ ਫਰਜ਼ ਹੀ ਬਣ ਜਾਂਦਾ, ਸਾਡੇ ਫਰਜ਼ ਬਣ ਜਾਂਦਾ ਤੁਹਾਨੂੰ ਅਸੀਂ ਅਪਡੇਟ ਕਰਦੇ ਜੀ ਵੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤੇ ਕਿਵੇਂ ਆਪਣੇ ਚਾਂਸ ਵਧਾ ਸਕਦੇ ਜੀ। ਉਹ ਕਹਿੰਦੇ ਹੁੰਦੇ ਨੇ ਜੀ ਵੀ ਇੱਕ ਦੀ ਹੋ ਜਾ ਇੱਕ ਦੀ ਬਣ ਜਾ, ਰੱਖ ਦਿਲ ਨੂੰ ਸਮਝਾ ਕੇ। ਸੋ ਜੇਕਰ ਤੁਸੀਂ ਵੀ ਪਹਿਲਾਂ ਕੋਈ ਏਜੰਟ ਨੋਮੀਨੇਟ ਕੀਤਾ ਹੋਇਆ, ਉਹ ਏਜੰਟ ਇੱਕ ਤਰ੍ਹਾਂ ਦਾ ਡਾਕਟਰ ਹੁੰਦਾ ਜੀ। ਜਿਵੇਂ ਡਾਕਟਰ ਨੂੰ ਤੁਹਾਡੀ ਸਿਹਤ ਬਾਰੇ ਤੁਹਾਡੀ ਹਿਸਟਰੀ, ਤੁਹਾਡੀ ਮੈਡੀਕਲ ਹਿਸਟਰੀ ਪਤਾ ਹੁੰਦੀ ਹੈ, ਉਸੇ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਹੁੰਦੀ ਹੈ ਜੀ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ। ਬਾਂਸਲ ਸਾਹਿਬ ਦੀ ਗੱਲ ਇਹ ਵੀ ਦਰੁਸਤ ਆ ਬਾਂਸਲ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ 100% ਸਹਿਮਤ ਹਾਂ ਜੀ। ਇਹ ਕਈ ਵਾਰੀ ਹੁੰਦਾ ਜੀ, ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਕੋਈ ਜਾਣਕਾਰੀ ਦੇ ਦਿੰਦੇ ਆ ਜੀ। ਹੁਣ ਇਹ ਜਿਹੜੀ ਜਾਣਕਾਰੀ ਹੈ ਜੀ ਔਨ ਰਿਕਾਰਡ ਲਾਈਵ ਦੇ ਰਹੇ ਹਾਂ ਜੀ ਅੱਜ ਦੇ ਹਿਸਾਬ ਦੇ ਨਾਲ। ਹੁਣ 6 ਮਹੀਨਿਆਂ ਨੂੰ ਇਹ ਜਾਣਕਾਰੀ ਦੇ ਵਿੱਚ ਚੇਂਜਸ ਆ ਜਾਣੇ ਆ, ਰੂਲ ਚੇਂਜ ਹੋ ਜਾਣਾ ਜੀ। ਤਾਂ ਦਰਸ਼ਕ ਕਈ ਇਹ ਕਹਿੰਦੇ ਨੇ ਉਹਨਾਂ ਨੇ ਐਂ ਕਿਹਾ ਸੀਗਾ, ਉਹ ਗੱਲ ਸੀਗੀ ਉਹਨਾਂ ਨੇ ਐਂ ਤਾਂ ਕਿਹਾ ਸੀਗਾ ਪਰ ਉਹਨਾਂ ਨੇ ਉਸ ਵੇਲੇ ਕਿਹਾ ਸੀ। ਬਾਕੀ ਦੇਖੋ ਆਪਾਂ ਜਨਰਲ ਗੱਲ ਕਰ ਰਹੇ ਹਾਂ ਜੀ, ਜਿਵੇਂ ਆਪਾਂ ਗੱਲ ਹੀ ਕੀਤੀ ਹੈ ਜੀ, ਇਟਸ ਨੋਟ ਐਡਵਾਈਸ, ਵੀ ਆਰ ਗਿਵਿੰਗ ਹੇਅਰ ਇਨਫੋਰਮੇਸ਼ਨ ਜੀ। ਤਾਂ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਤੇ ਵਿੱਚ may or may not be suitable ਜੀ। ਤਾਂ ਸਾਡੇ ਤੁਹਾਡੇ ਏਜੰਟ ਦਾ ਤੁਹਾਡਾ ਕੰਮ ਇਹੀ ਹੈ ਕਿ ਜੇ ਤੁਹਾਡੇ ਕੰਮ ਦੀ ਹੈ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ, ਅਦਰਵਾਈਜ਼ ਯੂ ਗੋਟ ਬੈਟਰ ਕਨਫਰਮ। ਤਾਂ ਜਿਵੇਂ ਦਵਾਈ ਕਿਸੇ ਮਸ਼ਹੂਰ ਨਹੀਂ ਆਉਂਦਾ, ਤੁਹਾਨੂੰ ਇਹ ਨਹੀਂ ਹੈਗਾ ਤੁਸੀਂ ਆਪ ਹੀ ਜਾ ਕੇ ਲੈ ਲਓ, ਤਾਂ ਜਿਹੜਾ ਕੋਈ ਡਾਕਟਰ ਕਨਫਰਮ ਵੀ ਮੇਰੇ ਲਈ ਭਾਈ
ਮੇਰੇ ਸਿੰਪਟਮ ਨੇ ਮੇਰੇ ਲਈ ਸੂਟੇਬਲ ਕਰਦੀ ਹੈ, ਮੇਰਾ ਇਲਾਜ ਕਰੂਗੀ ਜਾਂ ਨਹੀਂ ਕਰੂਗੀ। ਬਿਲਕੁਲ ਜੀ। ਇਦਾਂ ਨਹੀਂ ਹੈਗਾ ਵੀ ਤੁਸੀਂ ਮਸ਼ਹੂਰੀ ਦੇਖੀ ਮੇਰਾ ਸਿਰ ਦੁਖਦਾ ਸਿਰ ਦੁਖਦੇ ਜੀ ਕਰੋਸਿਨ ਦਵਾਈ ਆਉਂਦੇ ਚਲੋ ਜਾ ਕੇ ਲੈ ਲਈਏ। ਯੂ ਵਿਲ ਕੰਸਲਟ ਅ ਡਾਕਟਰ। ਸੇਮ ਥਿੰਗ ਸਾਡੀ ਐਡਵਾਈਸ ਹੈ, ਸੌਰੀ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਚੱਲ ਰਿਹਾ ਤੇ ਇਸ ਤਰ੍ਹਾਂ ਪੀਆਰ ਹੋ ਸਕਦੀ ਹੈ। ਜੇ ਤੁਹਾਡੀ ਕੋਈ ਨਿੱਕੀ ਮੋਟੀ ਕਿਊਰੀ ਆਉਂਦੀ ਆ ਅਸੀਂ ਉਹਦੀ ਜਰਨਲ ਇਨਫੋਰਮੇਸ਼ਨ ਦੇ ਰਹੇ ਹਾਂ। ਪਲੀਜ਼ ਡੋਂਟ ਟੇਕ ਇਟ ਐਜ਼ ਐਡਵਾਈਸ। ਬਿਲਕੁਲ ਜੀ, ਕਿਉਂਕਿ ਐਡਵਾਈਸ ਦੇ ਪੈਸੇ ਲੱਗਦੇ ਨੇ ਤੇ ਜੇਕਰ ਤੁਸੀਂ ਸਹੀ ਐਡਵਾਈਸ ਲੈਣੀ ਆ ਤਾਂ ਤੁਸੀਂ 0406 660 960 ਇਸ ਨੰਬਰ ਤੇ ਅਪਾਇੰਟਮੈਂਟ ਬਣਾਓ। ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਆਓ। ਜੇਕਰ ਤੁਸੀਂ ਵਿਕਟੋਰੀਆ ਦੇ ਵਿੱਚੋਂ ਤਾਂ ਮੈਲਬਰਨ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਜੀ, ਤੇ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਵਿੱਚ ਵੀ ਇਹਨਾਂ ਦਾ ਦਫ਼ਤਰ ਹੈ ਜੀ। ਬਾਂਸਲ ਸਾਹਿਬ ਇੱਕ ਸਵਾਲ ਇੱਕ ਹੋਰ ਆਪਾਂ ਲੈ ਲਈਏ ਜੀ। ਅਨੂਪ ਚੌਧਰੀ ਜੀ ਸਾਡੇ ਨਾਲ ਇੰਡੀਆ ਤੋਂ ਜੁੜੇ ਹੋਏ ਨੇ ਜੀ। ਮੈਨੂੰ ਨਹੀਂ ਪਤਾ ਕਿ ਇਸ ਸਵਾਲ ਦਾ ਆਪਾਂ ਕਿੰਨੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ ਜੀ। ਉਹ ਕਹਿੰਦੇ ਕਿ ਸਰ ਇੰਡੀਆ ਤੋਂ ਕਾਰਪੈਂਟਰ ਦਾ ਕੋਰਸ ਕਰਕੇ ਆਸਟ੍ਰੇਲੀਆ ਵਿੱਚ ਪੀਆਰ ਹੋ ਸਕਦੀ ਆ, ਜੇਕਰ ਹੋ ਸਕਦੀ ਹੈ ਤਾਂ ਪ੍ਰੋਸੀਜਰ ਕੀ ਹੈ ਜੀ, ਇਹ ਦੱਸ ਦਿਓ ਮੈਨੂੰ। ਉਹਨੂੰ ਸਾਹਿਬ ਕਾਰਪੈਂਟਰ ਦਾ ਇੰਡੀਆ ਦਾ ਕੋਰਸ ਕਰਕੇ ਜਿਵੇਂ ਜਨਰਲ ਸਕਿੱਲ ਮਾਈਗ੍ਰੇਸ਼ਨ ਚਲੋ ਗੱਲ ਹੀ ਕਰਦੇ ਰਹਿੰਦੇ ਆ, ਜਿਹੜਾ ਦੇ ਟੌਪਿਕ ਨਾਲ ਰਿਲੇਟਡ ਅਸੀਂ ਤਾਂ ਕਾਰਪੈਂਟਰ ਦੀ ਪੜ੍ਹਾਈ ਕਰੋ, ਉਹ 3 ਸਾਲ ਕੰਮ ਕਰੋ, ਫਿਰ ਤੁਸੀਂ ਆਪਣਾ ਉਰੇ ਸੀਰੀਅਸ ਏਮਪਲੋਇਰ ਲੱਭੋ ਜਿਹੜਾ ਤੁਹਾਨੂੰ ਸਪਾਂਸਰ ਕਰ ਸਕੇ। ਤਾਂ ਜਿਹੜੇ ਅਸੀਂ ਵੀਜ਼ੇ ਅੱਜ ਦੀ ਗੱਲ ਕਰ ਰਹੇ ਹਾਂ 48218 ਵੀਜ਼ਾ ਕੁਡ ਬੀ ਆਫ ਰੈਲੇਵੈਂਟ ਟੂ ਯੂ, ਮਤਲਬ ਕਿ ਉਹਦੇ ਤੇ ਕਿਨਾ ਕਿਉਂਕਿ ਜਨਰਲ ਸਕਿੱਲ ਮਾਈਗ੍ਰੇਸ਼ਨ ਦਾ ਜਿਵੇਂ ਤੁਸੀਂ ਪਾਰਸ ਵਰਮਾ ਦਾ ਕਮੈਂਟ ਪੜ੍ਹੇ ਹੀ ਹੋਣਾ, they are waiting for a while. It's a little bit tough with general skill migration, but ਹਾਂ ਜੇ ਤੁਸੀਂ ਉਰੇ employer ਲੱਭ ਰਹੇ ਹੋ ਜਿਹੜਾ ਤੁਹਾਨੂੰ ਸਪਾਂਸਰ ਕਰ ਸਕੇ then chance will be pretty good ਜੀ। ਪ੍ਰਦੀਪ ਔਰਕ ਸਾਹਿਬ ਉਹ ਪੁੱਛ ਰਹੇ ਨੇ ਜੀ, ਕਹਿੰਦੇ ਕਿ ਇੰਡੀਆ ਤੋਂ 407 ਵੀਜ਼ੇ ਦੀ ਕੀ ਰਿਕੁਆਇਰਮੈਂਟ ਹੈ? 407 ਟ੍ਰੇਨਿੰਗ ਵੀਜ਼ਾ ਜੀ, ਐਜ਼ ਲੌਂਗ ਐਜ਼ ਤੁਹਾਡੇ ਕੋਲ ਆਪਣੀ ਫੀਲਡ ਵਿੱਚ ਪੜ੍ਹਾਈ ਹੈ ਤੇ 1 ਸਾਲ ਦਾ ਐਕਸਪੀਰੀਅੰਸ ਆ, then you can pretty much come here to get training, to get registered। ਤਾਂ ਡਿਫਰੈਂਟ ਸਟਰੀਮ ਨੇ, ਫਿਰ ਅੱਜ ਦਾ ਟੌਪਿਕ ਨਹੀਂ ਹੈਗਾ, ਬਟ ਐਜ਼ ਲੌਂਗ ਐਜ਼ ਯੂ ਹੈਵ ਰੈਲੇਵੈਂਟ ਸਟੱਡੀ ਐਂਡ 1 year ਐਕਸਪੀਰੀਅੰਸ ਯੂ ਵਿਲ ਪ੍ਰੀਟੀ ਮਚ ਮੀਟ ਵਨ ਆਫ ਦਾ ਕ੍ਰਾਈਟੇਰੀਆਸ। ਬਿਲਕੁਲ ਜੀ ਦੋਸਤੋ, ਜਿਵੇਂ ਅਸੀਂ ਹਰੇਕ ਪੰਦਰਵਾੜੇ ਜਿਹੜਾ ਕਿ ਲਾਈਵ ਇਨਫੋਰਮੇਸ਼ਨ ਸ਼ੋਅ ਤੁਹਾਡੇ ਲਈ ਲੈ ਕੇ ਆਉਂਦੇ ਆ, ਉਹਦੇ ਲਈ ਇੱਕ ਖਾਸ ਸਬਜੈਕਟ ਰੱਖ ਲੈਂਦੇ ਆ। ਕੋਸ਼ਿਸ਼ ਹੁੰਦੀ ਹੈ ਕਿ ਉਸ ਸਬਜੈਕਟ ਦੇ ਨਾਲ ਜਿਹੜੇ ਜੁੜੇ ਨੇ, ਕਿਉਂਕਿ ਇੱਕ ਟੀਮ ਬੈਠਦੀ ਆ, ਸਵਾਲ ਜਵਾਬ ਤਿਆਰ ਹੁੰਦੇ ਨੇ, ਉਸ ਸਬਜੈਕਟ ਬਾਰੇ ਰਿਸਰਚ ਹੁੰਦੀ ਹੈ ਤੇ ਉਸ ਸਬਜੈਕਟ ਬਾਰੇ ਹੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਤੱਕ ਪਹੁੰਚਦੀ ਕਰੀਏ। ਪਰ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਕਿ ਤੁਹਾਡਾ ਜੇ ਕੋਈ ਹੋਰ ਸਵਾਲ ਆ ਉਹ ਤੁਸੀਂ ਨਾ ਪੁੱਛੋ, ਤੁਸੀਂ ਆਪਣੀ ਇਨਕੁਆਇਰੀ ਵੀ ਪੁੱਛ ਸਕਦੇ ਹੋ। ਪਰ ਜੇਕਰ ਤੁਹਾਡਾ ਸਵਾਲ ਦਾ ਜਵਾਬ ਲਾਈਵ ਦੇ ਵਿੱਚ ਨਾ ਦੇ ਸਕੀਏ ਤਾਂ ਇੱਕ WhatsApp ਨੰਬਰ ਨੋਟ ਕਰ ਲਓ ਜੀ, 0406 660 960। ਇਹ ਬਾਂਸਲ ਇਮੀਗ੍ਰੇਸ਼ਨ ਹੋਣਾ ਦਾ ਆਪਣਾ ਨੰਬਰ ਹੈ ਜੀ। ਇਸ ਨੰਬਰ ਤੇ ਤੁਸੀਂ ਆਪਣੀ ਇਨਕੁਆਇਰੀ ਸਬਮਿਟ ਕਰੋ, ਤੁਹਾਨੂੰ ਰਿਪਲਾਈ ਉਹ ਤੁਹਾਡੇ ਨੰਬਰ ਤੇ ਜਿਹੜਾ ਪਹੁੰਚਦਾ ਉਹ ਹੋ ਜਾਵੇਗਾ। ਮਤਲਬ ਅੱਗੇ ਵਧਦੇ ਜੀ। ਉਹ ਕਹਿੰਦੇ ਨੇ ਕਿ ਜਿਹੜੀ ਮੇਰੀ ਨੋਮੀਨੇਸ਼ਨ ਹੈ ਉਹ 15 ਅਗਸਤ 2023 ਨੂੰ ਅਪਰੂਵ ਹੋ ਗਈ ਸੀ, ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਕਿ ਮੇਰਾ ਜਿਹੜਾ ਵੀਜ਼ਾ ਜੀ ਉਹ 6 ਮਹੀਨੇ ਦੇ ਵਿੱਚ ਹੈਗਾ ਜੀ। ਆਈ ਵਾਸ ਨਾਟ ਅਵੇਅਰ ਅਬਾਊਟ ਲੌਂਚਿੰਗ ਦਾ ਵੀਜ਼ਾ ਵਿਦਿਨ 6 ਮੰਥ। ਮੈਂ 6 ਮਹੀਨੇ ਦੇ ਵਿੱਚ ਲੌਂਚ ਕਰਨਾ ਜੀ। ਉਹ ਕਹਿੰਦੇ ਹੁਣ ਮੈਂ ਕੀ ਕਰ ਸਕਦਾ, ਕੁਝ ਹੋ ਸਕਦਾ ਜੀ? ਦੇਖੋ ਜੀ, ਇਹ ਕੋਈ ਲੈਜਿਸਲੇਟਿਵ ਰਿਕੁਆਇਰਮੈਂਟ ਨਹੀਂ ਹੈਗੀ ਨੋਮੀਨੇਸ਼ਨ ਦੀ ਵੈਲਿਡਿਟੀ ਐਕਸਟੈਂਡ ਕਰਨ ਦੀ ਜੀ। ਜੇ ਬੈਡ ਲੱਕ ਹੈ, ਜੇ ਤੁਸੀਂ 6 ਮਹੀਨੇ ਵਿੱਚ ਵੀਜ਼ਾ ਅਪਲਾਈ ਨਹੀਂ ਕੀਤਾ, ਵੈਸੇ ਆਪ ਬਲੀਵ ਏਜੰਟਸ ਰਿਸਪੌਂਸਿਬਿਲਿਟੀ ਤੁਹਾਨੂੰ ਦੱਸਿਆ ਜਾਵੇ ਵੀ ਤੁਹਾਡੇ ਕੋਲ 6 ਮਹੀਨੇ ਹੀ ਨੇ, ਪਰ ਫॉर ਐਨੀ ਰੀਜ਼ਨ ਜੇ ਹੋ ਚੁੱਕਿਆ ਤਾਂ ਅਨਫੋਰਚੂਨਟਲੀ ਤੁਹਾਨੂੰ ਸਾਰਾ ਪ੍ਰੋਸੈਸ ਦੁਬਾਰਾ ਤੋਂ ਕਰਨਾ ਪੈਣਾ, ਸ਼ੁਰੂ ਤੋਂ ਕਰਨਾ ਪੈਣਾ, ਦੁਬਾਰਾ ਨੋਮੀਨੇਸ਼ਨ ਅਪਲਾਈ ਕਰਨੀ ਪੈਣੀ ਹੈ ਜੀ, ਅਪਰੂਵ ਹੋਊਗੀ ਤੇ ਨਾਲ ਦੀ ਨਾਲ ਵੀਜ਼ਾ ਅਪਲਾਈ ਕਰ ਦਿਓ ਤੁਸੀਂ। ਬਿਲਕੁਲ ਜੀ, ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਮਿਲ ਗਈ ਹੋਵੇਗੀ ਜੀ। ਅੱਗੇ ਵਧਦੇ ਜੀ ਬੰਸ ਸਾਹਿਬ, ਉਹ ਕਹਿੰਦੇ ਨੇ ਕਿ ਮੇਰਾ 491 ਦਾ ਵੀਜ਼ਾ ਜਿਹੜਾ 2 ਮਹੀਨੇ ਪਹਿਲਾਂ ਗ੍ਰਾਂਟ ਹੋਇਆ ਜੀ, ਤੇ ਉਸ ਤੋਂ ਪਹਿਲਾਂ ਮੈਂ 482 ਵੀਜ਼ੇ ਤੇ ਸੀਗਾ ਜੀ, ਤੇ ਹੁਣ ਮੇਰੇ ਕੋਲੇ 3.5 ਸਾਲ ਪੋਸਟ ਸਟੱਡੀ ਐਕਸਪੀਰੀਅੰਸ ਆ ਜੀ, ਤੇ ਮੈਂ 482 ਵੀਜ਼ੇ ਤੇ ਆਈ ਵਾਸ ਔਨ 482 ਵੀਜ਼ਾ, 2.5 ਸਾਲ ਮੈਂ ਉਸ ਵੀਜ਼ੇ ਤੇ ਰਿਹਾ ਜੀ। ਕੀ ਮੈਂ ਲੌਂਚ ਕਰ ਸਕਦਾ 186 TRT ਔਰ DE ਨਾਓ? ਜਦੋਂ 491 ਵੀਜ਼ਾ ਗ੍ਰਾਂਟ ਹੁੰਦਾ, ਮੇਰੇ ਖਿਆਲ ਨਾਲ ਬੜੀ ਕਾਮਨ ਨੌਲੇਜ ਵਾਲੀ ਗੱਲ ਹੋ ਚੁੱਕੀ ਹੈ ਜੀ ਕਿ ਤੁਸੀਂ 3 ਸਾਲ ਤੱਕ ਕੋਈ ਪਰਮਾਨੈਂਟ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਜੀ। ਤਾਂ ਉਹਦੇ ਲਈ ਇਹੀ ਹੈ ਕਿ ਤੁਹਾਨੂੰ ਦੁਬਾਰਾ 482 ਵੀਜ਼ਾ ਅਪਲਾਈ ਕਰਨਾ ਪੈਣਾ ਜੀ। ਦੁਬਾਰਾ 482 ਵੀਜ਼ਾ ਅਪਲਾਈ ਕਰਕੇ ਜੇ ਤੁਸੀਂ ਪਿਛਲੇ 3 ਸਾਲ ਚ 2 ਸਾਲ ਦੀ ਰਿਕੁਆਇਰਮੈਂਟ ਪੂਰੀ ਕਰਦੇ ਹੋ, ਫਿਰ ਤੁਸੀਂ 186 TRT ਲਈ ਐਲੀਜੀਬਲ ਹੋ ਸਕਦੇ ਹੋ, ਜਾਂ 186 ਡਾਇਰੈਕਟ ਐਂਟਰੀ ਲਈ ਤਾਂ ਤੁਸੀਂ ਐਲੀਜੀਬਲ ਹੋ ਸਕਦੇ ਹੋ ਜੇ ਤੁਹਾਡੀ ਆਕੂਪੇਸ਼ਨ ਹੈ ਜੀ ਉਹ MLTSSL ਲਿਸਟਡ ਹੋਈ। ਜੇ ਨਹੀਂ ਹੋਈ ਫਿਰ ਵੀ ਤੁਸੀਂ ਲੈ ਕੇ ਜੇ 3 ਸਾਲਾਂ ਚ 2 ਸਾਲ ਦੀ ਰਿਕੁਆਇਰਮੈਂਟ ਪੂਰੀ ਕਰਕੇ ਵੀ 186 TRT ਅਪਲਾਈ ਕਰ ਸਕਦੇ ਹੋ। ਬਿਲਕੁਲ ਜੀ, ਜੇਕਰ ਇਸ ਤੋਂ ਵੀ ਜ਼ਿਆਦਾ ਵਿਸਤਾਰ ਸਹਿਤ ਤੁਸੀਂ ਜਾਣਕਾਰੀ ਲੈਣੀ ਹੈ, ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਇਨਫੋਰਮੇਸ਼ਨ ਜਿਹੜੀ ਆ ਲਿਮਿਟ ਹੋ ਜਾਂਦੀ ਹੈ ਜੀ, ਕਿਉਂਕਿ ਸਾਡੇ ਕੋਲ ਟਾਈਮ ਲਿਮਿਟ ਹੈ ਨਹੀਂ, ਪਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਇਨਕੁਆਇਰੀ ਆ ਜਿਹੜੀ ਆਪਣੀ ਸਬਮਿਟ ਕਰਵਾ ਸਕਦੇ ਹੋ। ਮਤਲਬ ਅਗਲਾ ਸਵਾਲ ਲੈ ਲੈਂਦੇ ਹਾਂ ਜੀ।
ਉਹ ਕਹਿੰਦੇ ਨੇ ਕਿ ਇੱਕ ਜਿਹੜਾ ਇਨਸਾਨ ਹੈ ਜੀ ਉਸ ਨੂੰ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਹੈ ਜੀ ਉਹ ਲੈਣ ਵਾਸਤੇ, ਜਦੋਂ ਆਪਾਂ TRT ਦੀ ਗੱਲ ਕਰ ਰਹੇ ਹਾਂ, TRT ਸਕੀਮ ਦੇ ਥਰੂ ਜਦੋਂ ਉਹਨੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ ਜੀ, ਕਿਹੜੇ ਕਿਹੜੇ ਅਜਿਹੇ ਸਟੈਪਸ ਨੇ ਜਿਹੜੇ ਉਹਨਾਂ ਨੂੰ ਲੈਣੇ ਚਾਹੀਦੇ ਨੇ? ਦੇਖੋ ਜੇ TRT ਦੀ ਡਾਇਰੈਕਟਲੀ ਤੁਸੀਂ TRT ਦੀ ਹੀ ਗੱਲ ਕਰ ਰਹੇ ਹੋ ਤਾਂ ਤੁਹਾਡੇ ਕੋਲ 482 ਵੀਜ਼ਾ ਹੋਣਾ ਚਾਹੀਦਾ ਜਾਂ 457 ਵੀਜ਼ਾ ਹੋਣਾ ਚਾਹੀਦਾ। ਤੁਸੀਂ ਉਹ ਵੀਜ਼ੇ ਦੇ ਉੱਤੇ 2 ਸਾਲ ਤੋਂ ਘੱਟੋ ਘੱਟ ਕੰਮ ਕਰਦੇ ਹੋਣੇ ਚਾਹੀਦੇ ਹੋ ਜੀ। ਤੁਹਾਡੇ ਕੋਲ 6 ਬੈਂਡ ਹੋਣੇ ਚਾਹੀਦੇ ਨੇ ਜੀ। ਤੇ TRT ਸਟਰੀਮ ਵਿੱਚ ਸਕਿੱਲ ਅਸੈਸਮੈਂਟ ਦੀ ਲੋੜ ਨਹੀਂ ਹੁੰਦੀ ਜੀ, ਪਰ ਤੁਹਾਨੂੰ 6 ਈਚ ਲੈਣੇ ਪੈਣਗੇ ਜੀ ਤੇ 2 ਸਾਲ ਦਾ ਐਕਸਪੀਰੀਅੰਸ ਔਨ 482 ਜਾਂ ਐਸੋਸੀਏਟਡ ਬ੍ਰਿਜਿੰਗ ਵੀਜ਼ਾ ਜਿਹਨਾਂ ਆਪਾਂ ਗੱਲ ਕੀਤੀ ਆ ਜੀ, ਉਹਨਾਂ ਦੇ ਉੱਤੇ ਐਕਸਪੀਰੀਅੰਸ ਹੋਇਆ ਹੋਣਾ ਚਾਹੀਦਾ ਜੀ। ਤਾਂ ਜੇ ਤੁਸੀਂ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਸਟੈਪ ਨੇ ਜੀ, ਨੋਮੀਨੇਸ਼ਨ ਲੌਂਚ ਕਰ ਸਕਦੇ ਆ। ਇਹਦੇ ਲਈ LMT ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਹੀਂ ਹੁੰਦੀ ਜੀ, ਤੇ ਨਾ ਹੀ ਇਹਦੇ ਲਈ ਸਟੈਂਡਰਡ ਬਿਜ਼ਨਸ ਸਪਾਂਸਰਸ਼ਿਪ ਦੀ ਲੋੜ ਹੁੰਦੀ ਹੈ ਜੀ। ਤਾਂ ਤੁਸੀਂ ਨੋਮੀਨੇਸ਼ਨ ਦੇ ਵੀਜ਼ਾ ਲੌਂਚ ਕਰਕੇ ਆਪਣੀ ਜਿਹੜੀ PR ਅਪਲਾਈ ਕਰ ਸਕਦੇ ਹੋ ਜੀ। ਜਿਹੜੀ ਆ ਉਸ ਤੋਂ ਬਾਅਦ 186 ਦੇ ਲਈ ਇਹਨਾਂ ਨੇ TRT ਦੇ ਲਈ ਆਕੂਪੇਸ਼ਨ ਲਿਸਟ ਖਤਮ ਕਰ ਦਿੱਤੀ ਹੈ। ਤਾਂ ਇਹ ਐਜ਼ ਲੌਂਗ ਐਜ਼ ਤੁਹਾਡੇ ਕੋਲ 482 ਵੀਜ਼ਾ ਹੈਗਾ, ਤੁਹਾਡੀ ਆਕੂਪੇਸ਼ਨ ਜਾਂ MLTSS ਹੈ ਤੇ STS ਤੇ ਜਾਂ ROL ਤੇ ਫਿਰ ਵੀ ਤੁਸੀਂ ਐਲੀਜੀਬਲ ਹੋਵੋਗੇ for 186 TRT। ਤਾਂ 2 ਸਾਲ ਕੰਮ ਕਰੋ, 6 ਬੈਂਡ ਲਓ ਤੇ ਆਪਣਾ TRT ਅਪਲਾਈ ਕਰ ਲਓ। ਤੁਸੀਂ ਬ੍ਰਿਜਿੰਗ ਵੀਜ਼ੇ ਉੱਤੇ ਰਹਿ ਕੇ ਵੀ ਪਾ ਸਕਦੇ ਹੋ ਐਜ਼ ਲੌਂਗ ਐਜ਼ ਐਸੋਸੀਏਟਡ ਬ੍ਰਿਜਿੰਗ ਵੀਜ਼ਾ ਜੀ। ਬਸ ਉਹ ਅੱਗੇ ਵਧੀਏ ਜੀ। ਉਹ ਕਹਿ ਰਹੇ ਨੇ ਕਿ ਮੈਂ ਪਿਛਲੇ 1.5 ਸਾਲ ਤੋਂ ਐਜ਼ ਅ ਮੋਟਰ ਮਕੈਨਿਕ ਕੰਮ ਕਰ ਰਿਹਾ ਤੇ ਮੇਰੇ ਕੋਲੇ 482 ਵੀਜ਼ਾ ਹੈਗਾ ਜੀ। ਤੇ ਉਹ ਕਹਿੰਦੇ ਹੋਇਆ ਕਿ ਮੇਰਾ ਜਿਹੜਾ EMPLOYER ਆ ਉਹਨੇ ਆਪਦਾ ਬਿਜ਼ਨਸ ਨੇਮ ਚੇਂਜ ਕਰ ਲਿਆ, ਜਿਸ EMPLOYER ਕੋਲ ਉਹ ਕੰਮ ਕਰ ਰਿਹਾ। ਹੁਣ ਜਦੋਂ ਉਹਨੇ ਬਿਜ਼ਨਸ ਨੇਮ ਚੇਂਜ ਕਰ ਲਿਆ, ਪਰ ਇਸ ਦੇ ਨਾਲ ਨਾਲ ਉਹ ਜਿਹੜਾ EMPLOYER ਆ ਉਹ ਮੈਨੂੰ 186 ਵੀਜ਼ੇ ਦੇ ਲਈ ਸਪਾਂਸਰ ਕਰਨ ਨੂੰ ਤਿਆਰ ਆ। ਕੀ ਇਸ ਗੱਲ ਦਾ ਇਸ ਉੱਪਰ ਅਸਰ ਪਊਗਾ ਕਿ ਜਿਵੇਂ ਉਹਨਾਂ ਨੇ ਪਿੱਛੇ ਜੇ ਆਪਣਾ ਨਾਮ ਚੇਂਜ ਕਰ ਲਿਆ, ਕੀ ਉਹਦੀ ਜਿਹੜੀ ਐਲੀਜੀਬਿਲਟੀ ਦੀ TRT ਸਕੀਮ ਦੀ ਐਲੀਜੀਬਿਲਟੀ ਉਹ ਇਫੈਕਟ ਹੋਊਗੀ ਬਿਜ਼ਨਸ ਦਾ ਨਾਮ ਚੇਂਜ ਹੋਣ ਤੇ? ਦੇਖੋ ਬਿਜ਼ਨਸ ਦਾ ਨਾਮ ਚੇਂਜ ਕਰ ਲਿਆ, 2-3 ਚੀਜ਼ਾਂ ਨੇ ਲੋ ਸਾਹਿਬ ਜੀ। ਬਿਜ਼ਨਸ ਨਾਮ ਹੀ ਸਿਰਫ ਟ੍ਰੇਡਿੰਗ ਨੇਮ ਚੇਂਜ ਕਰ ਲਿਆ ਜੀ। ਫੋਰ ਐਗਜ਼ਾਮਪਲ ਅਸੀਂ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਬਾਂਸਲ ਐਡਵਾਈਜ਼ਰਸ ਰੱਖ ਲਈਏ, ਬਟ ਪਿੱਛੇ ਜਿਹੜਾ ਸਟਰਕਚਰ ਹੈ ABN ਉਹ ਸੇਮ ਰਹਿ ਰਿਹਾ ਜੀ। ਤਾਂ ਜੇ ਇਸ ਤਰ੍ਹਾਂ ਦਾ ਸਿਰਫ ਨਾਮ ਹੀ ਚੇਂਜ ਹੋਇਆ, ਦੇयर इज नो ਚੇਂਜ ਇਨ ABN ਔਰ ਐਨੀ ਬਿਜ਼ਨਸ ਸਟਰਕਚਰ, ਤਾਂ ਉਹਦਾ ਤੁਹਾਡੇ ਤੇ ਨੋਮੀਨੇਸ਼ਨ ਦੇ ਉੱਤੇ ਜਾਂ 186 ਦੇ ਉੱਤੇ 482 ਤੇ ਕੋਈ ਵੀ ਅਸਰ ਨਹੀਂ ਪੈਣਾ। ਇਹ ਜਸਟ ਅ ਟ੍ਰੇਡਿੰਗ ਨੇਮ ਜੇ ਤੁਸੀਂ ਸਿਰਫ ਚੇਂਜ ਕੀਤਾ। ਹਾਂ, ਜੇ ਤੁਸੀਂ ABN ਚੇਂਜ ਕਰ ਦਿੱਤਾ ਜੀ, ਤੁਸੀਂ ਸਿਰਫ ਨਾਮ ਨਹੀਂ ਚੇਂਜ ਕੀਤਾ, ਤੁਸੀਂ ਬਿਜ਼ਨਸ ਸਟਰਕਚਰ ਚੇਂਜ ਕਰਤਾ, ABN ਚੇਂਜ ਕਰ ਦਿੱਤਾ ਜੀ, ਤਾਂ ਡੈਫੀਨਿਟਲੀ ਯੂ ਹੈਵ ਟੂ ਅਪਲਾਈ ਫॉर ਦੀ 482 ਜਿਹੜੀ ਹੈ ਜੀ nomination again, SBS again for the new ABN. Then you have to apply for nomination again for the under the same business for 482 visa. ਤੇ ਜਦੋਂ ਆ ਜਾਵੇਗੀ, as long as he is working on the same ਮਤਲਬ ਕਿ level, same business structure ਤੇ same position ਕੰਮ ਕਰ ਰਿਹਾ, ਤਾਂ ਦਿੱਕਤ ਨਹੀਂ ਆਣੀ ਚਾਹੀਦੀ। the same nomination ਕਰਕੇ ਤੇ ਫਿਰ ਉਸ ਤੋਂ ਬਾਅਦ ਜਦੋਂ visa 482 ਗ੍ਰਾਂਟ ਹੋ ਜਾਊਗਾ, he can use previous experience and new experience and apply for 186 TRT ਜੀ। ਪਰ ਜੇ ਕੁਝ ਵੀ ਚੇਂਜ ਹੁੰਦਾ, ਬਿਜ਼ਨਸ ਸਟਰਕਚਰ ਚੇਂਜ ਹੁੰਦਾ, ਪੋਜੀਸ਼ਨ ਚੇਂਜ ਹੁੰਦੀ ਆ, ਆਰਗੇਨਾਈਜੇਸ਼ਨ ਚਾਰਟ ਚੇਂਜ ਹੁੰਦਾ, then it may be difficult to argue that you have maintained that position in a similar company। ਬਿਲਕੁਲ। ਬਹੁਤ ਸਾਰੇ ਟੈਕਨੀਕਲ ਪੱਖ ਹੁੰਦੇ ਨੇ। ਇੱਕ ਸਿੱਧੀ ਇਹ ਗੱਲ ਕਹਿ ਦੇਣੀ ਕਿ ਬਿਜ਼ਨਸ ਦਾ ਨਾਮ ਚੇਂਜ ਹੋ ਗਿਆ, ਇਸ ਨਾਲ ਕੋਈ ਫਰਕ ਪਊਗਾ ਜਾਂ ਨਹੀਂ ਪਊਗਾ, ਇਸ ਬਾਰੇ ਸਿੱਧਾ ਕੋਈ ਜਵਾਬ ਆ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਹੋਰ ਬਹੁਤ ਸਾਰੇ ਐਸਪੈਕਟਸ ਨੇ ਜਿਹੜੇ ਉਹ ਦੇਖਣੇ ਤੇ ਜਾਂਚਣੇ ਹੁੰਦੇ ਨੇ ਜੀ। ਅੱਗੇ ਵਧਦੇ ਮਤਲਬ ਵਿਕਾਸ ਜੀ ਨੇ ਉਹ ਕਹਿ ਰਹੇ ਨੇ ਕਿ ਮੈਂ ਵਿਪਰੋ ਦੇ ਵਿੱਚ ਕੰਮ ਕਰ ਰਿਹਾ ਐਜ਼ ਅ ਬਿਜ਼ਨਸ ਐਡਵਾਈਜ਼ਰ। ਮੈਨੂੰ 6 ਸਾਲ ਹੋ ਗਏ ਜੀ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਨੂੰ, ਤੇ ਆਈ ਵਾਂਟ ਟੂ ਐਕਸਪਲੋਰ ਆਪਸ਼ਨਸ ਫॉर 482 ਵੀਜ਼ਾ। ਪਰ ਮੈਂ ਆਨਲਾਈਨ ਚੈੱਕ ਕੀਤਾ ਸੀਗਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਆਕੂਪੇਸ਼ਨ ਆ ਬਿਜ਼ਨਸ ਐਡਵਾਈਜ਼ਰ ਦੀ ਉਹ ਨਹੀਂ ਲਿਸਟਡ। ਮੈਂ ਇਸ ਮਾਮਲੇ 'ਚ ਕੀ ਕਰ ਸਕਦਾ ਜੀ? ਦੇਖੋ ਜੀ, ਹੁਣ ਤੁਸੀਂ ਵਿਪਰੋ 482 ਵੀਜ਼ਾ ਬਿਲਕੁਲ, ਤਾਂ ਹੁਣ ਜਿਹੜੀ 482 ਵੀਜ਼ਾ ਦੀ ਰਿਕੁਆਇਰਮੈਂਟ ਹੈ, ਜਿਹੜੀ ਤੁਹਾਡੀ ਆਕੂਪੇਸ਼ਨ ਹੈ ਜੀ, ਉਹ ਗਿਵਨ ਲੈਜਿਸਲੇਟਿਵ ਇੰਸਟਰੂਮੈਂਟ ਵਿੱਚ ਹੋਣੀ ਚਾਹੀਦੀ ਹੈ। ਤੇ ਲੈਜਿਸਲੇਟਿਵ ਇੰਸਟਰੂਮੈਂਟ ਦੇ ਵਿੱਚ ਤਕਰੀਬਨ MLTSSL, STSOL ਤੇ ROL ਤਿੰਨੇ ਆਕੂਪੇਸ਼ਨ ਨੇ, ਤਕਰੀਬਨ ਸਾਰੀਆਂ ਆਕੂਪੇਸ਼ਨਾਂ ਅਵੇਲੇਬਲ ਨੇ ਜੀ 482 ਵੀਜ਼ਾ ਦੇ ਲਈ ਜੀ। ਤਾਂ ਹੁਣ ਜੇ ਤੁਹਾਡੀ ਉਹਨਾਂ ਦੇ ਵਿੱਚ ਨਹੀਂ ਰਜਿਸਟਰ ਕਰ ਦਿੱਤਾ, ਉਹਦੇ ਲਈ ਸਭ ਤੋਂ ਸੌਖਾ ਸੋਲੂਸ਼ਨ ਇਹ ਹੁੰਦਾ ਕਿ ਸਾਨੂੰ ਤੁਹਾਡੀ ਡਿਊਟੀਜ਼ ਭੇਜ ਦਿਓ, ਅਸੀਂ ਡਿਊਟੀਜ਼ ਦੇਖਾਂਗੇ ਤੇ ਦੇਖਾਂਗੇ ਜਿਹੜੀ ਉਹ ਲਿਸਟ ਆ ਉਹਦੇ ਵਿੱਚ ਕਿਹਦੇ ਨਾਲ ਮੈਚ ਕਰਦੀਆਂ ਨੇ। ਆਸਟ੍ਰੇਲੀਆ ਦੇ ਐਨਸਕੋ ਸਿਸਟਮ ਥੋੜਾ ਜਿਹਾ ਆਊਟਡੇਟਡ, ਜਿਹੜਾ ਥੋੜਾ ਜਿਹਾ 올ਡ ਹੈ ਜੀ। ਤਾਂ ਉਹ ਜਿਹੜੀਆਂ ਰੀਅਲ ਵਰਲਡ ਦੇ ਵਿੱਚ ਜਿਹੜੀਆਂ ਆਕੂਪੇਸ਼ਨ ਵੀ ਅੱਜ ਕੱਲ੍ਹ ਐਗਜ਼ਿਸਟ ਕਰਦੀਆਂ, ਟਾਈਟਲ ਜਿਹੜੇ ਐਗਜ਼ਿਸਟ ਕਰਦੇ ਨੇ, ਕਈ ਵਾਰ ਉਹਨੂੰ ਰਿਫਲੈਕਟ ਨਹੀਂ ਕਰਦਾ। ਜਿਵੇਂ ਕਿ ਡਾਟਾ ਸਾਇੰਟਿਸਟ ਇੱਕ ਬਹੁਤ ਮਤਲਬ ਕਿ ਵੈਲ ਨੋਨ ਆਕੂਪੇਸ਼ਨ ਜਿਹੜੀ ਕਿ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਨਹੀਂ ਹੈਗੀ ਜੀ। ਤਾਂ ਉਹਦੇ ਲਈ ਫਿਰ ਇਹੀ ਹੈ ਜੀ ਕਿ ਵੀ ਆਪਾਂ ਉਹਨੂੰ ਕਿਸੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਪਫੁਲੀ ਬਿਜ਼ਨਸ ਐਡਵਾਈਜ਼ਰ ਵਿਲ ਬੀ ਏਬਲ ਟੂ ਮੈਚ ਵਿਦ BDM, ਬਿਜ਼ਨਸ ਡਿਵੈਲਪਮੈਂਟ ਮੈਨੇਜਰ,
maybe statistician or business analyst, we don't know. Depending on the duty, ਜਿਹਦੇ ਮੈਚ ਕਰ ਜਾਵੇਗੀ ਜੀ, ਉਸ ਤੋਂ ਬਾਅਦ ਉਹ ਐਂਸ ਕੋ ਜੇ 482 ਲਿਸਟ ਵਿੱਚ ਹੋਇਆ ਤਾਂ ਫਿਰ ਤੁਸੀਂ ਆਪਣਾ ਜਿਹੜਾ 482 ਵੀਜ਼ਾ ਅਪਲਾਈ ਕਰ ਸਕਦੇ ਹੋ ਜੀ ਬਿਲਕੁਲ ਜੀ। ਬੰਸ ਸਾਹਿਬ ਦੀਪਕ ਸੈਣੀ ਸਾਡੇ ਨਾਲ ਆਨਲਾਈਨ ਜੁੜੇ ਹੋਏ ਨੇ। ਦੀਪਕ ਸਵਾਗਤ ਹੈ ਜੀ। ਦੀਪਕ ਉਹਨਾਂ ਦਾ ਸਵਾਲ ਹੈ ਜੀ, ਉਹ ਕਹਿੰਦੇ ਕਿ ਵੀ ਸਰ 2022 ਦੇ ਵਿੱਚ ਸਟੂਡੈਂਟ ਨੂੰ ਫੁੱਲ ਟਾਈਮ ਕੰਮ ਕਰਨ ਦਾ ਰਾਈਟ ਸੀਗਾ ਜੀ, ਹੈ ਨਾ। ਹੁਣ ਕਹਿੰਦੇ ਉਸ ਵੇਲੇ ਦਾ ਕੀਤਾ ਹੋਇਆ ਕੰਮ ਆ ਜਿਹੜਾ ਉਹ 186 ਵੀਜ਼ੇ ਦੇ ਲਈ ਕਾਊਂਟ ਹੋਊਗਾ। ਇਹਦੇ ਲਈ ਮਿਕਸਡ ਆਂਸਰ ਆ ਜੀ। ਇਹਦੇ ਲਈ ਕਾਊਂਟ ਹੋਣਾ ਚਾਹੀਦਾ ਬਿਕੋਜ਼ ਯੂ ਹੈਵਨਟ done anything, you have done anything illegal, you did everything as per the whatever is being told. But we have heard ਸਾਡਾ ਕੋਈ ਨਹੀਂ ਹੋਇਆ ਜੀ ਅਜੇ ਤੱਕ, ਪਰ ਅਸੀਂ ਗੱਲ ਸੁਣੀ ਹੈ ਜੀ ਡਿਪਾਰਟਮੈਂਟ ਨੇ ਕਿਹਾ ਵੀ because you worked in a breach of your visa condition ਤਾਂ there is no severe, there is no implications, no adverse implications ਕਿਉਂਕਿ ਤੁਸੀਂ because ਤੁਸੀਂ ਉਹੀ ਕੰਮ ਕੀਤਾ, but still it does not comply with your current visa condition at that time ਤਾਂ ਉਹਦੇ ਕਰਕੇ ਤੁਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ। But फिर भी I will say it's worth taking, but during study the experience of वैसे भी 186 definitely count ही नहीं ਹੁੰਦਾ जी। ਤਾਂ it's going to be interesting ਸੀ ਵੀ ਤੁਸੀਂ ਕਿਹੜੇ ਐਕਸਪੀਰੀਅੰਸ ਦੀ ਗੱਲ ਕਰ ਰਹੇ ਹੋ ਜੀ। ਬਿਲਕੁਲ ਜੀ ਦੀਪਕ, ਜੇਕਰ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਜੀ ਮੈਨੂੰ ਫੋਨ ਕਰ ਲਿਓ, ਮੈਂ ਤੁਹਾਡੀ ਗੱਲ ਬਾਂਸਲ ਸਾਹਿਬ ਨਾਲ ਕਰਵਾ ਦੂੰਗਾ ਜੀ। ਤੇ ਸਿੱਧਾ ਨੰਬਰ ਜੀ 0406 660 960, ਇਸ ਨੰਬਰ ਤੇ ਦੀਪਕ ਤੁਸੀਂ ਗੱਲ ਕਰੋ, ਅਪਾਇੰਟਮੈਂਟ ਬਣਾਓ ਤੇ ਬਾਂਸਲ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਜੀ। ਬੋਲ ਪੰਜਾਬੀ ਨੂੰ ਦਾ ਰੈਫਰੈਂਸ ਦੇ ਦਿਓ ਜੀ, ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ। ਸਾਰਿਆਂ ਨੂੰ ਨਹੀਂ ਮਿਲਣਾ ਜੀ, ਦੀਪਕ ਸਾਡੇ ਲਈ ਇੱਕ ਸਪੈਸ਼ਲ ਕੇਸ ਹੈ। ਇੱਕ ਹੋਰ ਸਵਾਲ ਹੈ ਜੀ, ਅਨੀਤਾ ਮੋਂਗਾ ਜੀ ਸਾਡੇ ਨਾਲ ਇੰਡੀਆ ਤੋਂ ਜੁੜੇ ਹੋਏ ਨੇ, ਪੰਜਾਬ ਤੋਂ। ਬਹੁਤ ਸਾਰੇ ਜਿਹੜੇ ਲੋਕ ਨੇ ਜੀ ਆਉਣਾ ਚਾਹੁੰਦੇ ਨੇ ਜੀ, ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਨੇ। ਅਨੀਤਾ ਜੀ ਕਹਿ ਰਹੇ ਨੇ ਕਿ ਉਹਨਾਂ ਕੋਲ 2 ਸਾਲ ਦਾ ਨੈਟਵਰਕਿੰਗ ਦਾ ਜਿਹੜਾ ਐਕਸਪੀਰੀਅੰਸ ਹੈ ਜੀ ਵਿਦ ਗੁੱਡ ਸੈਲਰੀ ਪੈਕੇਜ ਇੰਡੀਆ ਤੋਂ ਪੀਆਰ ਕਿਵੇਂ ਹੋ ਸਕਦੀ ਉਹਨਾਂ ਦੀ? ਅਨੀਤਾ ਜੀ, I definitely need a lot more information than 2 year networking experience ਜੀ। ਤੁਹਾਡੀ ਪੜ੍ਹਾਈ ਕੀ ਹੈ ਜੀ, ਐਕਸਪੀਰੀਅੰਸ ਆ ਤਾਂ ਐਕਸਪੀਰੀਅੰਸ ਦੇ ਐਵੀਡੈਂਸ ਕੀ ਨੇ ਤੁਹਾਡੇ ਕੋਲ ਜੀ, ਤੇ ਉਸ ਤੋਂ ਬਾਅਦ ਸਕਿੱਲ ਅਸੈਸਮੈਂਟ ਲਈ ਯੂ ਚੈੱਕ ਯੂਰ ਐਲੀਜੀਬਿਲਿਟੀ ਫॉर द ਸਕਿੱਲ ਅਸੈਸਮੈਂਟ, ਤੇ ਜੇ ਸਕਿੱਲ ਅਸੈਸਮੈਂਟ ਲਈ ਐਲੀਜੀਬਲ ਨਹੀਂ ਹੈ ਕਿ ਬਟ ਯੂ ਮੇ ਹੈਵ ਸਮਬਡੀ ਟੂ ਸਪਾਂਸਰ ਯੂ ਇਨ ਆਸਟ੍ਰੇਲੀਆ, ਤਾਂ ਉਹ ਕੋਈ ਵੀ ਆਪਸ਼ਨ ਐਕਸਪਲੋਰ ਕੀਤੀ ਜਾ ਸਕਦੀ ਹੈ ਜੀ। ਤੇ ਇੱਕ ਚੀਜ਼ ਹੋਰ ਜੀ, ਆਪਣੇ ਇੰਡੀਆ ਵੀ ਨੇ ਉਰੇ ਵੀ ਸੁਣ ਰਹੇ ਨੇ, ਤਾਂ ਬਾਂਸਲ ਇਮੀਗ੍ਰੇਸ਼ਨ ਡਸ ਨਾਟ ਪ੍ਰੋਵਾਈਡ ਐਨੀ ਐਮਪਲੋਇਮੈਂਟ ਓਪਰਚੁਨਿਟੀ, ਤਾਂ ਅਸੀਂ ਕਿਸੇ ਨੂੰ ਐਮਪਲੋਇਰ ਵਗੈਰਾ ਅਰੇਂਜ ਕਰਕੇ ਨਹੀਂ ਦਿੰਦੇ। ਤਾਂ ਜੇ ਤੁਸੀਂ ਕਿਉਂਕਿ ਸਾਨੂੰ ਕਈ ਵਾਰ ਪੁੱਛਿਆ ਨਾ ਭਾਜੀ ਤੁਸੀਂ ਐਮਪਲੋਇਰ ਲੱਭਦੇ ਹੋ, ਤਾਂ ਆਮ ਰੀਅਲੀ ਟੈਲਿੰਗ ਯੂ ਔਨ ਰੈਕੋਰਡ ਕਿ ਬਾਂਸਲ ਇਮੀਗ੍ਰੇਸ਼ਨ ਕਿਸੇ ਤਰ੍ਹਾਂ ਦੀ ਵੀ ਐਮਪਲੋਇਮੈਂਟ ਸਰਵਿਸ ਪ੍ਰੋਵਾਈਡ ਹੀ ਨਹੀਂ ਕਰਦਾ ਜੀ। ਤਾਂ ਇਫ ਯੂ ਆਰ ਆਫਟਰ ਐਮਪਲੋਇਰ ਸਪਾਂਸਰ ਵੀਜ਼ਾ, ਇਫ ਯੂ ਲੁਕਿੰਗ ਫॉर ਐਮਪਲੋਇਰ, ਯੂ ਹੈਵ ਟੂ ਗੋ ਐਂਡ ਫਾਈਂਡ ਇਟ ਬਾਈ yourself। देयर आर गुड वेबसाइट्स, इंडीड, सीक, जोरा, कैरियर वन, तब ਤੁਸੀਂ ਉਹਨਾਂ ਵੈਬਸਾਈਟ ਤੇ ਜਾ ਕੇ ਜੌਬ ਅਪਲਾਈ ਕਰ ਸਕਦੇ ਹੋ। ਯੂ ਕੈਨ ਹੈਵ ਅ ਡਿਸਕਸ਼ਨ ਵਿਦ ਐਮਪਲੋਇਰ ਅਬਾਊਟ ਦ ਸਪਾਂਸਰਸ਼ਿਪ ਐਸ ਵੈਲ। ਇਟਸ ਵੈਰੀ ਕਾਮਨ ਇਨ ਆਸਟ੍ਰੇਲੀਆ, ਤੇ ਇਟਸ ਨਾਟ ਦੈਟ ਹਾਰਡ ਟੂ ਫਾਈਂਡ as long as you are qualified and talented enough that the employer wants you, then they'll be happy to sponsor you as well। ਬਿਲਕੁਲ ਜੀ। ਸੋ ਉਮੀਦ ਕਰਦੇ ਹਾਂ ਨੀਤਾ ਜੀ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਆ, ਤੁਹਾਡੀ ਇਨਕੁਆਇਰੀ ਆ, ਉਹਦੀ ਕੁਛ ਜਾਣਕਾਰੀ ਮਿਲ ਗਈ ਹੋਵੇਗੀ। ਬਹੁਤ ਸਾਰੀ ਜਾਣਕਾਰੀ ਆ ਜਿਹੜੀ ਇਸ ਕੇਸ ਦੇ ਵਿੱਚ ਬਾਂਸਲ ਸਾਹਿਬ ਨੂੰ ਵੀ ਚਾਹੀਦੀ ਆ। ਅੱਗੇ ਵਧਦੇ ਜੀ, ਹੁਣ ਮਤਲਬ ਆਪਾਂ ਇੱਥੇ ਆ ਜਾਂਦੇ ਹਾਂ ਜੀ। ਉਹ ਕਹਿੰਦੇ ਡਾਕੂਮੈਂਟਸ ਦੀ ਜਦੋਂ ਗੱਲ ਆਉਂਦੀ ਆ, ਇੱਕ ਐਪਲੀਕੈਂਟ ਨੂੰ ਆਪਦੀ ਐਲੀਜੀਬਿਲਿਟੀ ਪ੍ਰੂਵ ਕਰਨ ਦੇ ਲਈ ਜਦੋਂ ਉਹਨੇ TRT ਸਕੀਮ ਦੇ ਵਿੱਚ ਜਾਣਾ ਜੀ, ਤਾਂ ਕਿਹੜੇ ਡਾਕੂਮੈਂਟਸ ਚਾਹੀਦੇ ਨੇ? देखो डॉक्यूमेंट जिवें जरूरी रिक्वायरमेंट यही है जी कि ਤੁਹਾਡੇ ਕੋਲ 2 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਇੰਗਲਿਸ਼ ਲੈਟ ਅਲੋਨ ਹੈਲਥ ਚੈੱਕ ਐਂਡ ਪੁਲਿਸ ਚੈੱਕ ਐਂਡ ਐਵਰੀਥਿੰਗ। ਤਾਂ ਮੇਰੇ ਖਿਆਲ ਨਾਲ ਵਰਕ ਦੇ ਐਕਸਪੀਰੀਅੰਸ ਡਾਕੂਮੈਂਟ ਜਿਹੜੇ ਉਹ that perform a very critical role as long as ਤੁਸੀਂ ਪਿਛਲੇ 2 ਸਾਲ ਤੋਂ ਮਤਲਬ ਕਿ ਤੁਹਾਡੇ ਕੋਲ ਬੈਂਕ ਸੈਲਰੀ ਸਲਿਪਸ ਹੈਗੀਆਂ ਨੇ, ਬੈਂਕ ਸਟੇਟਮੈਂਟ ਹੈਗੀ ਹੈ ਜੀ, ਤੇ ਕੰਟਰੈਕਟ ਆ that should meet the requirement। ਜਦੋਂ TR 482 ਤੋਂ ਬਾਅਦ TRT ਦੀ ਜਾਣੇ ਡਿਪਾਰਟਮੈਂਟ ਇਜ਼ not really that strict, ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਕਿ ਜਿੰਨੇ ਵੱਧ ਤੋਂ ਵੱਧ ਦੇ ਸਕਦੇ ਹੋ ਟੈਕਸ ਰਿਟਰਨ, ਸੁਪਰ, ਬੈਂਕ ਸਟੇਟਮੈਂਟ, ਤਾਂ ਦੈਟ ਵਿਲ ਬੀ ਗ੍ਰੇਟ। ਪਰ ਨਾਰਮਲੀ ਅਸੀਂ ਦੇਖਿਆ ਟੈਕਸ ਰਿਟਰਨ, ਸੈਲਰੀ ਸਲਿਪ, ਅਨਐਮਪਲੋਇਮੈਂਟ ਕੰਟਰੈਕਟ usually meets department criteria, but they always have the liberty to come back and ask for more information। ਬਿਲਕੁਲ ਜੀ। ਜਿਹੜੇ ਡਾਕੂਮੈਂਟਸ ਹੁੰਦੇ ਨੇ ਤਾਂ ਜਿੰਨੇ ਵੀ ਤੁਸੀਂ ਲਾ ਦਿਓ ਉਨੇ ਹੀ ਘੱਟ ਹੁੰਦੇ ਨੇ, ਤੇ ਜਿੰਨੇ ਜ਼ਿਆਦਾ ਤਿਆਰ ਕਰ ਲਓ ਉਹਦੇ 'ਚ ਤੁਹਾਡਾ ਹੀ ਫਾਇਦਾ। ਬਸ ਦੀਪ ਕੌਰ ਸਾਡੇ ਨਾਲ ਜੁੜੇ ਹੋਏ ਨੇ। ਦੀਪ ਜੀ ਉਹਨਾਂ ਦਾ ਸਵਾਲ ਹੈ, ਉਹ ਕਹਿੰਦੇ ਕਿ ਸਰ ਜੇਕਰ TR ਖਤਮ ਹੋਣ ਦੇ ਵਿੱਚ 8 ਮਹੀਨੇ ਦਾ ਸਮਾਂ ਜਿਹੜਾ ਉਹ ਰਹਿੰਦਾ ਹੋਵੇ ਤੇ ਕੋਈ ਕਿਸੇ ਖਾਸ ਪਰਸਨਲ ਪ੍ਰੋਬਲਮ ਕਰਕੇ ਇੰਡੀਆ 'ਚ ਸਟਕ ਹੋ ਗਿਆ ਹੋਵੇ, ਹੁਣ ਜਦੋਂ ਆਸਟ੍ਰੇਲੀਆ ਆਉਣਾ ਉਹਨਾਂ ਨੇ, ਆਸਟ੍ਰੇਲੀਆ ਆ ਕੇ ਕੀ ਉਹ TR ਤੋਂ ਬਾਅਦ ਸਟੱਡੀ ਵੀਜ਼ਾ ਪਾ ਸਕਦੇ ਆ? ਹਾਂਜੀ ਬਿਲਕੁਲ ਦੀਪ ਕੌਰ ਜੀ, ਹਜੇ ਤੱਕ ਇਹ ਬੰਦ ਨਹੀਂ ਹੋਇਆ। वैसे अनफॉर्चुनेटली वी डोंट हैप्पी टू शेयर द न्यूज़, बट कह रहे हैं शायद मिड ऑफ जुलाई तक वी मे कम टू नो लिटिल बिट मोर अप टुवर्ड्स इट कि शायद TR तो बस स्टूडेंट्स अप्लाई देना बंद कर दें
ਜੀ। ਰਿਫਿਊਜ਼ਲ ਰੇਟ ਸਟਿਲ ਔਨ ਦਾ ਹਾਇਰ ਸਾਈਡ, ਜ਼ਿਆਦਾ ਰਿਫਿਊਜ਼ ਕਰ ਰਹੇ ਨੇ ਜੀ। ਤੇ ਬਟ ਹਜੇ ਐਸ ਸੱਚ ਕੋਈ ਬੈਨ ਨਹੀਂ ਹੈਗਾ ਟੀਆਰ ਪਲੱਸ ਸਟੂਡੈਂਟ ਦੇ ਲਈ। ਤਾਂ ਜੇ ਹੁਣ ਉਹ ਮਤਲਬ ਕਿ ਵਾਪਸ ਆ ਜਾਂਦੇ, ਜਲਦੀ ਤੋਂ ਜਲਦੀ ਵਾਪਸ ਆ ਲੈ ਤੇ ਦੇ ਕੇ ਨਾ ਅਪਲਾਈ ਫॉर ਸਟੂਡੈਂਟ ਵੀਜ਼ਾ। ਜੀ ਬਿਲਕੁਲ ਜੀ। ਪਰ ਇਸ ਤੋਂ ਇਲਾਵਾ ਜੇਕਰ ਅਜੀਬ ਜੀ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤੇ ਜੇਕਰ ਇਸ ਮਾਮਲੇ ਦੇ ਵਿੱਚ ਤੁਸੀਂ ਕੋਈ ਹੈਲਪ ਲੈਣੀ ਹੈ ਜੀ ਤਾਂ 0406 660 960 ਇਸ ਨੰਬਰ ਦੇ ਉੱਪਰ ਤੁਸੀਂ ਫੋਨ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਆਪਣਾ ਕੇਸ ਹੈ ਜਿਹੜਾ ਡਿਸਕਸ ਕਰ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ। ਬਾਂਸਲ ਸਾਹਿਬ ਅੱਗੇ ਵਧਦੇ ਹਾਂ ਜੀ, ਆਪਾਂ ਗੱਲ ਕਰ ਲਈ ਜੀ ਡਾਕੂਮੈਂਟਸ ਦੀ। ਡਾਕੂਮੈਂਟਸ ਦੇ ਬਾਅਦ ਹੁਣ ਗੱਲ ਆਉਂਦੀ ਹੈ ਜੀ ਉਮਰ ਦਾ ਹਿਸਾਬ ਕਿਤਾਬ। ਏਜ ਦੀ ਕੋਈ ਲਿਮਿਟ ਹੈਗੀ ਹੈ ਜੀ ਜਦੋਂ TRT ਸਕੀਮ ਦੇ ਅੰਡਰ ਤੁਸੀਂ ਵੀਜ਼ਾ ਸਭ ਵੀ ਅਪਲਾਈ ਕਰਨਾ ਹੁੰਦਾ? ਹਾਂਜੀ ਸਰ ਜੀ, 186 ਦੇ ਲਈ ਏਜ ਲਿਮਿਟ 45 ਹੈ ਜੀ। ਡਸਨਟ ਮੈਟਰ ਯੂ ਗਟ 482 ਅਨਲੈਸ ਅੰਟਿਲ ਜੇ 494 ਹੈ ਜਾਂ ਤੁਹਾਡੇ ਕੋਲ 491 ਆ ਜਿਹੜੇ ਪ੍ਰੋਵੀਜ਼ਨਲ PR ਵੀਜ਼ਾ ਨੇ, ਇਹਨਾਂ ਦੇ ਲਈ ਏਜ ਲਿਮਿਟ 45 ਹੈ। ਤਾਂ ਉਸ ਤੋਂ ਬਾਅਦ ਜਦੋਂ PR ਪਾਣੀ ਦੈਟਸ ਫਾਈਨ, ਬਟ 482 ਤੋਂ ਬਾਅਦ ਜਦੋਂ 186 ਪਾਣਾ ਉਦੋਂ ਵੀ ਤੁਹਾਡੀ ਉਮਰ 45 ਸਾਲ ਤੋਂ ਘੱਟ ਹੀ ਹੋਣੀ ਚਾਹੀਦੀ ਹੈ। ਬਟ ਇਟਸ ਐਟ ਦ ਟਾਈਮ ਐਪਲੀਕੇਸ਼ਨ ਕ੍ਰਾਈਟੇਰੀਆ ਐਸ ਲੌਂਗ ਐਸ ਤੁਸੀਂ 45 ਦੇ ਹੋਣ ਤੋਂ ਇੱਕ ਦਿਨ ਪਹਿਲਾਂ ਐਪਲੀਕੇਸ਼ਨ ਲਾਂਚ ਕਰ ਦਿੰਦੇ ਹੋ, ਯੂ ਸ਼ੁੱਡ ਬੀ ਫਾਈਨ ਜੀ। ਪਰ ਜੇ 45 ਤੋਂ ਪਲੱਸ ਹੋ ਗਏ ਫਿਰ ਨਹੀਂ ਤੁਸੀਂ ਕਰ ਸਕਦੇ ਜੀ। ਬਿਲਕੁਲ ਜੀ। ਸੋ ਪ੍ਰਦੀਪ ਜੀ ਤੁਹਾਡਾ ਸਵਾਲ ਹੈ ਕਿ WhatsApp ਨੰਬਰ ਕੀ ਹੈ ਜੀ? WhatsApp ਨੰਬਰ ਆਸਟ੍ਰੇਲੀਆ ਦਾ ਕੋਡ ਹੈ ਜੀ +61 ਤੇ WhatsApp ਨੰਬਰ ਹੈਗਾ ਜੀ 406 660 960। ਸੋ ਆਸਟ੍ਰੇਲੀਆ ਦਾ ਈਮੇਲ ਵੀ ਕਰ ਸਕਦੇ ਹੋ, ਤੁਸੀਂ ਈਮੇਲ ਕਰ ਸਕਦੇ ਹੋ ਜੀ। ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੀ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਜਿਹੜੀ ਆਪਣੀ ਇਨਕੁਆਇਰੀ ਉਹ ਸਬਮਿਟ ਕਰਵਾ ਸਕਦੇ ਹੋ। ਅੱਗੇ ਆ ਜਾਂਦੇ ਆ ਜੀ ਉਹ ਕੇਸ ਸਟੱਡੀ ਹੈ ਜੀ। ਉਹ ਕਹਿੰਦੇ ਨੇ ਕਿ ਮੈਂ ਕਰੰਟਲੀ ਬਰੀਜ਼ਿੰਗ ਵੀਜ਼ਾ ਲੌਂਚ ਕੀਤਾ। ਆਈ ਲੌਂਚ AAT ਫॉर ਮਾਈ ਸਟੂਡੈਂਟ ਵੀਜ਼ਾ ਰਿਫਿਊਜ਼ਲ। I was working from last 5 years as a motor mechanic and my employer is ready to sponsor me for 482 visa। ਕੀ ਮੈਂ ਅਪਲਾਈ ਕਰ ਸਕਦਾ ਜੀ? ਹਾਂਜੀ ਡੈਫੀਨਿਟਲੀ ਤੁਸੀਂ 482 ਵੀਜ਼ਾ ਅਪਲਾਈ ਕਰ ਸਕਦੇ ਹੋ ਐਸ ਲੌਂਗ ਐਸ ਯੂ ਮੀਟ 5 ਬੈਂਡ ਤੇ 2 ਸਾਲ ਵਿੱਚ ਸੀਮਸ ਲਾਈਕ ਯੂ ਹੈਵ 5 ਇਅਰ ਐਕਸਪੀਰੀਅੰਸ ਜੀ। ਤੇ ਜੇ ਪਾਰਟ ਟਾਈਮ ਵੀ ਹੋ ਫਿਰ ਵੀ ਤੁਸੀਂ 482 ਵੀਜ਼ਾ ਅਪਲਾਈ ਕਰ ਸਕਦੇ ਹੋ। ਪਰ ਕਿਉਂਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਤੇ ਤੁਸੀਂ AAT ਕਿਉਂ ਚਾਹੀਦਾ, ਪਰ ਤੁਸੀਂ ਆਸਟ੍ਰੇਲੀਆ ਵਿੱਚ ਰਹਿ ਕੇ ਨੋਮੀਨੇਸ਼ਨ ਦੇ SBS ਤਾਂ ਅਪਲਾਈ ਕਰ ਸਕਦੇ ਹੋ, ਪਰ ਵੀਜ਼ੇ ਲਈ ਤੁਹਾਨੂੰ ਕੰਟਰੀ ਆਊਟ ਕਰਨੀ ਪੈਣੀ ਹੈ। But you can go out, apply for the visa and come back, so it shouldn't be that big deal. ਜੀ। But definitely, ਤੇ ਮੇਰੇ ਖਿਆਲ ਨਾਲ ਜੇ ਤੁਹਾਡੇ ਕੋਲ ਪੜ੍ਹਾਈ ਤੋਂ ਬਾਅਦ 3 ਸਾਲ ਦਾ full time experience ਆ, then you can consider apply for 186 as well. ਮਤਲਬ ਹੁਣ ਇੱਕ ਗੱਲ ਦੱਸੋ ਜੀ, ਜਦੋਂ ਇਹ 186 ਦੀ ਜਿਹੜੀ ਸਬਮਿਟ ਕਰਾਉਣੀਆਂ ਐਪਲੀਕੈਂਟ ਨੇ ਆਪਣਾ ਵੀਜ਼ਾ ਲਵਾਉਣਾ ਜੀ ਇਸ TRT ਸਕੀਮ ਦੇ ਅੰਦਰ ਜੀ। ਹੁਣ ਆਪਾਂ ਉਮਰ ਤਾਂ ਦੱਸਦੀ ਕਿ 45 ਸਾਲ ਦੀ ਆ। ਹੁਣ ਹੋ ਸਕਦਾ ਬਹੁਤ ਸਾਰਿਆਂ ਦੀ ਉਮਰ ਇਸ ਤੱਕ ਆਉਣ ਵਾਲੀ ਹੋਵੇ, ਕੋਈ 30 ਪਲੱਸ ਹੋਣ, ਕੋਈ ਵਿਆਹ ਹੋਣ। ਕੀ ਆਪਦਾ ਫੈਮਿਲੀ ਮੈਂਬਰ ਇਸ ਫਾਈਲ ਦੇ ਵਿੱਚ ਉਹਦਾ ਨਾਮ ਸ਼ਾਮਿਲ ਕਰ ਸਕਦੇ ਨੇ? ਹਾਂਜੀ ਬਿਲਕੁਲ। ਜਿਹੜੇ EMPLOYER ਸਪਾਂਸਰ ਵੀਜ਼ੇ ਨੇ ਇਸ ਕੰਮ ਵਿੱਚ ਜਨਰਲ ਸਕਿੱਲ ਮਾਈਗ੍ਰੇਸ਼ਨ ਵੀਜ਼ਾ ਤੁਹਾਡੇ ਨੇ ਜੀ। ਜਿਹੜੇ EMPLOYER ਸਪਾਂਸਰ ਵੀਜ਼ੇ ਨੇ 482 186 ਤਾਂ ਇਹਦੇ ਵਿੱਚ ਤੁਸੀਂ ਆਪਣੇ ਐਸ ਬਿਫੋਰ ਦਾ ਵੀਜ਼ਾ ਗ੍ਰਾਂਟ 482 ਦੇ ਬਿਫੋਰ ਜਾਂ ਆਫਟਰ ਵੀ ਐਡ ਕਰ ਸਕਦੇ ਹੋ, ਪਰ 186 ਦੇ ਡਿਊਰਿੰਗ ਦਾ ਐਪਲੀਕੇਸ਼ਨ ਤੁਸੀਂ ਕਿਸੇ ਵੀ ਆਪਣੇ ਡਿਪੈਂਡੈਂਟ ਫੈਮਿਲੀ ਮੈਂਬਰ ਨੂੰ ਐਡ ਕਰ ਸਕਦੇ ਹੋ ਜੀ। ਪਰ ਜੇ 186 ਗ੍ਰਾਂਟ ਹੁੰਦਾ ਤਾਂ ਪਰਮਾਨੈਂਟ ਰੈਜ਼ੀਡੈਂਸੀ ਬਣ ਜਾਂਦੀ ਹੈ, ਤਾਂ ਆਫਟਰ ਦੈਟ ਤੁਸੀਂ ਗ੍ਰਾਂਟ ਐਡ ਨਹੀਂ ਕਰ ਪਾਓਗੇ because that will be a permanent residency, then they have to choose their own way, partner or the partner visa, parents ਲਈ parent visa ਤੇ ਬੱਚੇ ਲਈ child visa apply ਹੋਊਗਾ ਜੀ। but before the grant then it can be definitely added on the course, ਜੇ ਪਹਿਲਾਂ ਨਹੀਂ ਵੀ ਐਡ ਕੀਤਾ ਬਾਅਦ ਦੇ ਵਿੱਚ, but you definitely gonna need a permission from the employer, approval from the employer। ਜੇ employer agree ਕਰਦਾ they he can provide a support letter, ਫਿਰ ਤੁਸੀਂ 186 TRT ਜਾਂ 482 ਦੇ ਵਿੱਚ ਐਡ ਕਰ ਸਕਦੇ ਹੋ ਜੀ। ਮਤਲਬ ਜੇ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ, ਹਾਲਾਂਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਪ੍ਰੋਸੈਸਿੰਗ ਟਾਈਮ ਦੱਸੀਆਂ ਗਈਆਂ ਸੀ, ਪਰ ਸਪੈਸੀਫਿਕਲੀ ਇਹ ਪੁੱਛ ਰਹੇ ਨੇ ਕਿ TRT ਸਕੀਮ ਸਬ ਕਲਾਸ 186 ਵੀਜ਼ਾ ਦੀ ਜਿਹੜੀ ਪ੍ਰੋਸੈਸਿੰਗ ਟਾਈਮ ਆ ਉਹ ਕਿੰਨਾ ਕਰੀ? ਅੱਜ ਦੀ ਡੇਟ 'ਚ ਪ੍ਰੋਸੈਸਿੰਗ ਟਾਈਮ ਜਿਹੜਾ 186 ਦਾ TRT ਜਾਂ ਡਾਇਰੈਕਟ ਐਂਟਰੀ ਦੋਨਾਂ ਦਾ ਤਕਰੀਬਨ 1 ਸਾਲ ਜੀ। ਸੋ ਬਿਲਕੁਲ ਜੀ, ਅਰਾਊਂਡ 1 ਸਾਲ ਆ ਜਿਹੜਾ ਉਹ ਲੱਗ ਜਾਂਦਾ ਜੀ। ਅਗਲਾ ਸਵਾਲ ਥੋੜਾ ਦਿਲਚਸਪ ਇੰਟਰਸਟਡ ਸਵਾਲ ਆ, ਮੈਨੂੰ ਵੀ ਇਹਦੇ ਬਾਰੇ ਹੈਰਾਨੀ ਹੈ ਜੀ। ਇਹ ਸਵਾਲ ਸਾਡੇ ਤੱਕ ਪਹੁੰਚਿਆ ਜ਼ਰੂਰ ਹੈ, ਆਪਾਂ ਨੂੰ ਉਵੇਂ ਹੀ ਪੜ੍ਹ ਕੇ ਸੁਣਾ ਦਿੰਦੇ ਆ ਜੀ। ਉਹ ਕਹਿੰਦੇ ਕਿ ਮੇਰਾ ਜਨਮ ਇੰਡੀਆ ਦੇ ਵਿੱਚ ਹੋਇਆ ਸੀ, ਪਰ ਹੁਣ ਮੈਂ ਇੰਗਲੈਂਡ ਦਾ ਸਿਟੀਜ਼ਨ ਹਾਂ। ਕੀ ਹੁਣ ਮੈਨੂੰ ਜਦੋਂ ਮੈਂ 186 ਵੀਜ਼ਾ ਪਾਉਣਾ ਮੈਨੂੰ ਅੰਗਰੇਜ਼ੀ ਦਾ ਜਿਹੜਾ ਐਗਜ਼ਾਮ ਉਹ ਦੇਣਾ ਪਊਗਾ? ਇਹ ਸਾਡੇ ਕੋਲ ਬੜੇ ਸਵਾਲ ਪੁੱਛੇ ਨੇ, ਖਾਸ ਕਰਕੇ ਨਿਊਜ਼ੀਲੈਂਡ ਤੋਂ ਸਾਨੂੰ ਬਹੁਤ ਇਨਕੁਆਰੀ ਆਉਂਦੀ ਹੈ ਜੀ, ਕੈਨੇਡਾ ਤੋਂ ਇਨਕੁਆਰੀ ਆਉਂਦੀ ਹੈ, UK ਤੋਂ ਵੀ ਆਉਂਦੀ ਹੈ, ਇੰਗਲੈਂਡ ਦੀ ਹੋਈ ਵੀ ਮੈਂ ਜਾਂ ਉਸ ਦਾ PR ਆ ਜਾਂ ਸਿਟੀਜ਼ਨ ਆ ਜੀ। ਤਾਂ ਜਿਹੜੇ ਇਮੀਗ੍ਰੇਸ਼ਨ ਦੇ ਰੂਲ ਨੇ ਜੀ, ਜਾਂ ਇੰਗਲਿਸ਼ ਐਗਜ਼ਾਮਸ਼ਨ ਆ ਜਾਂ ਹੋਰ ਕੋਈ ਵੀ ਰੂਲ ਨੇ, ਇਹ ਬੜੀ ਮੈਂ 2 ਚੀਜ਼ਾਂ ਨਾਲ ਚੱਲਦੇ ਨੇ, ਪਲੇਸ ਆਫ ਬਰਥ ਤੇ ਪਾਸਪੋਰਟ। ਸਟਰੋਂਗ ਐਵੀਡੈਂਸ ਮਤਲਬ ਕਿ ਜੇ ਆਪਾਂ ਪਰਮਨੈਂਟ ਜਾਂ ਵੀਜ਼ਾ ਦੇ ਵਿੱਚ ਲਾਈਏ ਤਾਂ ਐਵੀਡੈਂਸ ਇਜ਼ ਯੋਰ ਪਾਸਪੋਰਟ। ਤਾਂ ਕੰਟਰੀ ਆਫ ਪਾਸਪੋਰਟ ਮੈਟਰ ਕਰਦਾ। ਜੇ ਤੁਹਾਡੇ ਕੋਲ ਇੰਗਲਿਸ਼ ਪਾਸਪੋਰਟ ਹੈ, ਇੰਗਲੈਂਡ ਦਾ ਪਾਸਪੋਰਟ ਆ, ਤਾਂ ਤੁਹਾਨੂੰ ਇੰਗਲਿਸ਼ ਤੋਂ ਐਗਜ਼ਾਮਸ਼ਨ ਹੋਊਗੀ।
ਜੇ ਤੁਸੀਂ ਇੰਗਲੈਂਡ ਬੋਰਨ ਹੋ ਫਿਰ ਤੁਹਾਨੂੰ ਇੰਗਲਿਸ਼ ਦੀ ਐਗਜ਼ਾਮਪਸ਼ਨ ਹੋਊਗੀ ਫॉर pretty much everything for admission ਦੇ ਲਈ ਵੀ ਜਿਵੇਂ ਨਰਸਿੰਗ ਵਗੈਰਾ ਕਰਦੇ ਨੇ 7 ਦੀ ਰਿਕੁਆਇਰਮੈਂਟ ਅਨਲੈਸ ਅਟ ਯੂ ਬੋਰਨ ਐਂਡ ਸਟੱਡੀਡ ਇਨ ਇੰਗਲੈਂਡ ਫਿਰ ਤੁਹਾਨੂੰ 7 ਦੀ ਰਿਕੁਆਇਰਮੈਂਟ ਹੁੰਦੀ ਹੈ ਨਰਸਿੰਗ ਜਾਂ ਟੀਚਿੰਗ ਵਗੈਰਾ ਚ ਪੋਸਟ ਐਡਮਿਸ਼ਨ ਲੈਣ ਲਈ ਪਰ ਜੇ ਤੁਸੀਂ ਇੱਥੇ ਇੰਗਲਿਸ਼ ਕੰਟਰੀ ਚ ਬੋਰਨ ਨਹੀਂ ਹੈਗੇ ਤੁਸੀਂ ਮਾਈਗ੍ਰੇਟ ਹੋਏ ਜਿਵੇਂ ਅਸੀਂ ਤੇ ਮੈਂ ਢਿੱਲੋਂ ਸਾਹਿਬ ਹੋਏ ਕਿ ਉਰੇ ਆ ਕੇ ਸਿਟੀਜ਼ਨ ਬਣਦੇ ਹੋ ਫਿਰ ਤੁਹਾਨੂੰ ਜਿਹੜੀ ਐਜੂਕੇਸ਼ਨ ਇੰਸਟੀਟਿਊਟਸ ਨੇ ਉਹਦੇ ਵਿੱਚ ਉਹ ਤੁਹਾਨੂੰ ਤੋਂ ਐਜੂਕੇਸ਼ਨ ਜਿਹੜੀ ਹੈ ਇੰਗਲਿਸ਼ ਦੀ ਐਗਜ਼ਾਮਪਸ਼ਨ ਨਹੀਂ ਦਿੰਦੇ ਪਰ ਵੀਜ਼ਿਆਂ ਦੇ ਲਈ ਜ਼ਰੂਰ ਮਿਲ ਜਾਂਦੀ ਹੈ ਵਿਦ ਦਾ ਪਾਸਪੋਰਟ ਜੀ ਅੱਗੇ ਵਧਦੇ ਜੀ ਬੰਦ ਸਾਹਿਬ ਆਪਣੀ ਸਬ ਕਲਾਸ 186 ਦੀ ਜਿਹੜੀ ਵੀਜ਼ਾ ਐਪਲੀਕੇਸ਼ਨ ਆ ਉਹਦੀਆਂ ਫਾਈਨੈਂਸ਼ੀਅਲ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ 186 ਵੀਜ਼ੇ ਦੇ ਲਈ ਕੋਈ ਫਾਈਨੈਂਸ਼ੀਅਲ ਰਿਕੁਆਇਰਮੈਂਟ ਨਹੀਂ ਹੈਗੀ ਐਸ ਸੱਚ ਉਹ ਸਟੂਡੈਂਟ ਵੀਜ਼ੇ ਵਗੈਰਾ ਲਈ ਹੁੰਦਾ ਜੀ 186 ਦੇ ਲਈ ਕੋਈ ਐਸ ਸੱਚ ਐਪਲੀਕੈਂਟਸ ਦੇ ਲਈ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਉਹ ਕਹਿੰਦੇ ਨੇ ਕਿ what if the applicant wants to change employers or role during the application process? ਦੇਖੋ ਜੀ ਜਿਹੜੇ ਵੀਜ਼ੇ ਜਿੰਨੇ ਵੀ ਆਉਂਦੇ ਨੇ 482 ਜਾਂ 186 ਇਟਸ ਮੀਨ ਦੇ ਆਰ ਸਬਜੈਕਟਡ ਟੂ ਦ ਸੇਮ EMPLOYER ਇਨ ਦ ਸੇਮ ਆਕੂਪੇਸ਼ਨ ਤਾਂ ਜੇ ਤੁਸੀਂ ਰੋਲ ਚੇਂਜ ਕਰ ਰਹੇ ਹੋ ਅਨਲੈਸ ਐਂਡ ਇਟ ਇਜ਼ ਅ ਨੈਚੁਰਲ ਪ੍ਰੋਗਰੈਸ਼ਨ ਬਟ ਇਟਸ ਮਤਲਬ ਕਿ ਪੂਰਾ ਟੋਟਲੀ ਚੇਂਜ ਹੀ ਕਰ ਰਹੇ ਹੋ ਜਾਂ EMPLOYER ਚੇਂਜ ਕਰ ਰਹੇ ਹੋ ਤਾਂ ਯੂ ਹੈਵ ਟੂ ਡੂ ਅ ਨਿਊ ਨੋਮੀਨੇਸ਼ਨ ਹੁਣ ਬਸ ਇੱਕ ਸਵਾਲ ਹੈ ਜਿਹੜਾ ਇਹ ਮੇਰੇ ਦਿਮਾਗ 'ਚ ਵੀ ਆਉਂਦਾ ਜੀ ਜਿਹੜਾ ਹੁਣ ਸਾਡਾ ਹੋਮ ਅਫੇਅਰ ਡਿਪਾਰਟਮੈਂਟ ਹੈ ਜੀ ਉਹ ਇਸ ਚੀਜ਼ ਨੂੰ ਅਸੈਸ ਕਿਵੇਂ ਕਰਦਾ ਕਿ ਜੈਨੂਇਨ ਪੋਜੀਸ਼ਨ ਹੈਗੀ ਆ ਜਾਂ ਜੈਨੂਇਨ ਪੋਜੀਸ਼ਨ ਦੀ ਰਿਕੁਆਇਰਮੈਂਟ ਆ TRT ਸਕੀਮ ਦੇ ਵਿੱਚ ਦੇਖੋ ਜੈਨੂਇਨ ਪੋਜੀਸ਼ਨ ਦੀ ਰਿਕੁਆਇਰਮੈਂਟ ਦੇ ਲਈ ਬੜੇ ਫੈਕਟਰ ਨੇ ਜੀ ਪਹਿਲੀ ਗੱਲ ਉਹਦਾ ਨੇਚਰ ਆਫ ਬਿਜ਼ਨਸ ਜੀ ਹੁਣ ਜੇ ਬਾਂਸਲ ਮੋਟਰ ਮਕੈਨਿਕਸ ਆ ਤਾਂ ਉਹਦੇ ਮੋਟਰ ਬਾਂਸਲ ਆਟੋਮੋਟਿਵ ਆ ਤਾਂ ਉਹਦੇ ਵਿੱਚ ਮੋਟਰ ਮਕੈਨਿਕ ਦੀ ਬੜੀ ਮੈਂ ਜੈਨੂਇਨ ਬਾਣੀ ਹੀ ਜਾਣੀ ਹੈ ਜੀ ਜੇ ਬਾਂਸਲ ਰੈਸਟੋਰੈਂਟਸ ਨੇ ਤਾਂ ਉਹ ਸ਼ੈਫ ਦੀ ਬਾਣੀ ਜਾਣੀ ਆ ਹੁਣ ਪ੍ਰੋਬਲਮ ਆਏਗੀ ਜੇ ਤੁਸੀਂ ਹੁਣ ਬਾਂਸਲ ਵੈਲਡਿੰਗ ਵਰਕਸ ਖੋਲਿਆ ਉਹਦੇ ਵਿੱਚ 100 ਬੰਦਾ ਕੰਮ ਕਰ ਰਿਹਾ ਤਾਂ ਉਹਦੇ ਜੇ ਸ਼ੈਫ ਨੂੰ ਆਪਾਂ ਅਪਰੂਵ ਕਰਨਾ ਤਾਂ ਇਟਸ ਗੋਇੰ ਟੂ ਬੀ ਲਿਟਲ ਬਿਟ ਡਿਫਿਕਲਟ ਵੀ ਤੁਸੀਂ ਕਿਉਂਕਿ ਡਸਨਟ ਅਲਾਈਨ ਵਿਦ ਦੀ ਨਾਰਮਲ ਪਰ ਜੇ ਤੁਸੀਂ ਦੇਖੋਗੇ ਦੇਖੋ ਜੀ ਵੀ ਹੈਵ ਅ ਮੋਰ ਦੈਨ 100 EMPLOYEES ਤੇ ਵੀ ਪ੍ਰੋਵਾਈਡ them free lunch breakfast and dinner blah 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 then you can present your case look at the turnover look at the facility look at the copy of the contracts it may make sense ਤਾਂ ਬਹੁਤ ਫੈਕਟਰ ਨੇ ਜਿਹੜੇ ਕਿ ਉਹ ਜੈਨੂਇਨ ਪੋਜੀਸ਼ਨ ਦਾ ਆਉਂਦੇ ਜਿਵੇਂ ਕਿ ਬਹੁਤ ਵੱਡੀਆਂ ਮਲਟੀ ਮਿਲੀਅਨ ਟਰਨਓਵਰ 25-30 40 ਮਿਲੀਅਨ ਡਾਲਰ ਦੀ ਟਰਨਓਵਰ ਕੰਪਨੀਆਂ ਨੇ ਉਹਨਾਂ ਚ ਅਕਾਊਂਟੈਂਟ ਅਪਰੂਵ ਕਰਨਾ ਕੋਈ ਬੜਾ ਔਖਾ ਕੰਮ ਨਹੀਂ ਹੁੰਦਾ ਲੋਕਲ IT ਸੌਫਟਵੇਅਰ ਡਿਵੈਲਪਰ ਆ ਰਹੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ that is depending on turnover, nature of business, number of employees, and the kind of occupation you are proposing or sponsoring. ਜਿਵੇਂ ਅਸੀਂ ਹੇਅਰ ਡਰੈਸਿੰਗ ਵਗੈਰਾ ਦੀ ਕਰਦੇ ਹਾਂ ਤਾਂ ਉਹਦੇ ਵਿੱਚ ਬੰਦੇ ਹੀ ਨਹੀਂ ਹੁੰਦੇ ਤਕਰੀਬਨ 1 ਜਾਂ 2 ਹੀ ਹੁੰਦੇ ਨੇ ਬਿਲਕੁਲ ਜੀ ਬਸ ਜਾਂਦੇ ਜਾਂਦੇ ਕਿਉਂਕਿ ਸਮਾਂ ਦੋਸਤੋ ਬਹੁਤ ਹੋ ਚੁੱਕਿਆ ਅਸੀਂ ਬਾਂਸਲ ਸਾਹਿਬ ਨੂੰ ਵੀ ਫ੍ਰੀ ਕਰਨਾ ਹੈ ਤੁਹਾਨੂੰ ਵੀ ਫ੍ਰੀ ਕਰਨਾ ਬਾਂਸਲ ਸਾਹਿਬ ਜਾਂਦੇ ਜਾਂਦੇ ਮੈਂ ਨਹੀਂ ਚਾਹੁੰਦਾ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਬਣੇ ਪਰ ਰੱਬ ਨਾ ਕਰੇ ਜੀ ਜੇਕਰ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਇਸ ਮਾਮਲੇ ਦੇ ਵਿੱਚ ਫਿਰ ਐਪਲੀਕੈਂਟ ਕੀ ਕਰ ਸਕਦਾ ਜੇ ਉਹਨਾਂ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਡੈਫੀਨਿਟਲੀ ਦੇ ਕੈਨ ਅਪੀਲ ਇਵਨ ਇਫ ਦੇ ਆਰ ਆਫਸ਼ੋਰ देयर एम्प्लॉयर कैन अपील ऑन देयर बिहाफ जी बट मोस्टली क्योंकि अपील ਦੀ टाइम फ्रेम में 3 साल ने बहुत लंबा टाइम है जी डिपेंडिंग अपॉन इफ द पोजीशन इज रेक्टिफाइंग ਜਾਂ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਹੈ ਕਿ ਦੁਬਾਰਾ ਐਪਲੀਕੇਸ਼ਨ ਰੈਕਟੀਫਾਈ ਹੋ ਸਕਦੀ ਆ ਤਾਂ ਅਸੀਂ ਵੀ ਰਿਕਮੈਂਡ ਕਰਦੇ ਵੀ ਉਹ ਦੁਬਾਰਾ ਅਪਲਾਈ ਕੀਤਾ ਜਾਵੇ ਜੀ ਤਾਂ ਉਹ ਜਿਹੜੀ ਪ੍ਰੋਬਲਮ ਉਹਨੇ ਕੀਤੀ ਉਹ ਸੌਲਵ ਕਰਕੇ ਦੁਬਾਰਾ ਅਪਲਾਈ ਕੀਤੀ ਜਾਵੇ ਬਿਲਕੁਲ ਜੀ ਇਹ ਗੱਲ ਜ਼ਰੂਰੀ ਹੈ ਜੀ ਇੱਥੇ ਦੱਸਣੀ ਵੀ ਇਨਫੋਰਮੇਸ਼ਨ ਵੀ ਜ਼ਰੂਰੀ ਹੈ ਕਿ ਤੁਹਾਡੇ ਕੋਲੇ ਕੀ ਆਪਸ਼ਨਸ ਨੇ ਇੱਕ ਇਨਫੋਰਮੇਸ਼ਨ ਜਿਹੜੀ ਮੈਂ ਦੇਣੀ ਹੈ ਜੀ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਵਿੱਚ ਅਜੇ ਬਾਂਸਲ AAT ਅਪੀਲਾਂ ਦੇ ਮਾਹਿਰ ਨੇ ਜੇਕਰ ਤੁਹਾਡਾ ਕੋਈ ਵੀ ਕੇਸ ਹੈ ਜਿਹੜਾ ਰਿਫਿਊਜ਼ ਹੋ ਜਾਂਦਾ ਤੁਹਾਡੇ ਕੋਲੇ ਰਾਈਟ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਤੁਹਾਨੂੰ ਇਸ ਚੀਜ਼ ਦਾ ਹੱਕ ਦਿੰਦਾ ਜੀ ਕਿ ਤੁਸੀਂ ਉਸ ਫੈਸਲੇ ਦੇ ਵਿਰੁੱਧ ਜਾ ਕੇ ਅਪੀਲ ਕਰ ਸਕਦੇ ਹੋ ਅਤੇ ਆਪਣੀ ਇਸ ਗੱਲ ਨੂੰ ਪ੍ਰੂਫ ਕਰ ਸਕਦੇ ਹੋ ਕਿ ਜਿਹੜੀ ਐਪਲੀਕੇਸ਼ਨ ਤੁਸੀਂ ਲਾਈ ਸੀ ਉਹ ਸਹੀ ਸੀ ਡਿਪਾਰਟਮੈਂਟ ਤੋਂ ਕਿਤੇ ਨਾ ਕਿਤੇ ਕੋਈ ਭੁੱਲ ਹੋਈ ਆ ਸੋ ਦੋਸਤੋ ਜੇਕਰ ਤੁਹਾਡਾ ਕੋਈ ਹੋਰ ਵੀਜ਼ਾ ਰਿਲੇਟਡ ਤੁਹਾਡੀ ਇਨਕੁਆਇਰੀ ਆ ਤੁਸੀਂ ਜਾਣਕਾਰੀ ਲੈਣੀ ਹੈ ਜੀ ਤਾਂ ਬਾਂਸਲ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਜੇਕਰ ਵਿਕਟੋਰੀਆ ਦੇ ਵਿੱਚੋਂ ਤਾਂ ਮੈਲਬੌਰਨ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਹੈ ਜੀ ਜਿੱਥੇ ਅੱਜ ਅਸੀਂ ਬੈਠੇ ਲਾਈਵ ਕਰ ਰਹੇ ਹਾਂ ਜੀ ਤੁਸੀਂ ਇੱਥੇ ਆਓ ਇੱਥੇ ਆ ਕੇ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਜੀ ਮੰਡੇ ਟੂ ਫਰਾਈਡੇ ਕੰਮ ਕਰਦੇ ਨੇ ਜਿਹੜਾ WhatsApp ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਆ ਉਹ ਜ਼ਰੂਰ ਬਣਵਾ ਲਿਓ ਜੀ 0406 660 960 ਤੇ ਜੀ ਤੇ ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਤਾਂ ਤੁਸੀਂ ਐਡੀਲੇਡ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਨੂੰ ਆਪ ਪਰਸਨਲੀ ਮਿਲ ਸਕਦੇ ਹੋ ਤੇ ਜੇਕਰ ਤੁਸੀਂ ਵਰਲਡ ਵਾਈਡ ਕਿਤੇ ਵੀ ਹੋ ਜੀ ਤੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੇ ਨਾਲ ਤੁਹਾਡੀ ਕੋਈ ਪੁੱਛ ਪੜਤਾਲ ਹੈ ਜੀ ਕੋਈ ਇਨਕੁਆਇਰੀ ਹੈ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਵੀ ਇਹਨਾਂ ਨੂੰ ਤੁਸੀਂ ਈਮੇਲ ਹੈ ਜਿਹੜੀ ਉਹ ਕਰ ਸਕਦੇ ਹੋ
ਸੋ ਉਮੀਦ ਕਰਦਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦੀ ਜਿਹੜੀ ਇਹ ਜਾਣਕਾਰੀ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇਕਰ ਚੰਗੀ ਲੱਗੀ ਬੋਲ ਪੰਜਾਬੀ ਨੂੰ ਦੇ ਇਸ ਲਾਈਵ ਸੈਸ਼ਨ ਨੂੰ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰੋ। ਤੁਹਾਡਾ ਇੱਕ ਕੀਤਾ ਹੋਇਆ ਸ਼ੇਅਰ ਤੁਹਾਡੇ ਹੀ ਕਿਸੇ ਭੈਣ ਭਰਾ ਦੀ ਮਦਦ ਕਰ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਦੇ ਲਈ ਜੀ। ਸੋ ਦੋਸਤੋ ਤੁਹਾਨੂੰ ਮਿਲਾਂਗੇ ਜੀ ਅਗਲੇ ਪੰਦਰਵਾੜੇ ਬੁੱਧਵਾਰ ਨੂੰ, ਜਦੋਂ ਇੱਕ ਨਵੇਂ ਸਬਜੈਕਟ ਦੇ ਨਾਲ, ਨਵੀਆਂ ਜਾਣਕਾਰੀਆਂ, ਨਵੀਂ ਇਨਫੋਰਮੇਸ਼ਨ ਦੇ ਨਾਲ ਅਸੀਂ ਲਾਈਵ ਹੋਵਾਂਗੇ ਮੈਲਬਨ ਤੋਂ, ਬੰਸ ਲਿਵਿੰਗੇਸ਼ਨ ਦੇ ਹੈੱਡ ਆਫਿਸ ਤੋਂ। ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ, ਤੁਸੀਂ ਰੱਖੋ ਆਪਣਾ ਧਿਆਨ। ਮਿਲਾਂਗੇ ਤੁਹਾਨੂੰ ਅਗਲੇ ਲਾਈਵ ਦੇ ਵਿੱਚ। ਧੰਨਵਾਦ।